हाँ जी नैक्सट ਜਿਹੜੇ ਆਪਾਂ कर रहे हैं बेटा यूनिट सैकेंड ਦੇ करंट इलैक्ट्रिसिटी ਦੇ ठीक है किरचॉफ्स लॉ वाला 6th न्यूमेरिकल नैक्सट हैगा ਤੁਹਾਡੇ ਕੋਲ ਇੱਕ ਵਾਰੀ ਉਹਦਾ ਸਰਕਟ ਡਾਇਗਰਾਮ ਦੇਖੋ ਮੈਂ ਬੋਰਡ ਤੇ ਉਹਦਾ ਸਰਕਟ ਬਣਾਣਾ ਤੁਸੀਂ ਇੱਕ ਵਾਰੀ ਉਹਦੀ ਸਰਕਟ ਡਾਇਗਰਾਮ ਨੂੰ ਨਿਗਾਹ ਮਾਰੋ नेक्स्ट पेज पे ਉਹਦਾ ਡਾਇਗਰਾਮ ਦਿੱਤਾ ਹੋਇਆ ਬੇਟਾ ਇੱਕ ਵਾਰੀ ਉਹਦੇ ਸਰਕਟ ਡਾਇਗਰਾਮ ਦੇਖ ਲਓ हाँ जी करा शुरू करिए बच्चे शुरू यस सर यस सर चल थोड़े क्वेश्चन च पुत्रों ने एक किया वा कि भी जे स्टेटमेंट वाइज आओ कहना जी डिटरमिन द करंट इन ईच ब्रांच ऑफ द नेटवर्क इस नेटवर्क दे हर ब्रांच दे अंदर तुसी करंट कढना कहंदा जी कितना होएगा बच्चे अपने कोल सर्किट दे अंदर एसएच दो बैटरीज लगियां ते आपां दोना बैटरी तो इंडिविजुअल करंट नो सर्किट च पहलो मूव कराइए ਉਹਦੇ ਅਕੋਰਡਿੰਗਲੀ ਇਸ ਬੈਟਰੀ ਨੇ ਜਦੋਂ ਪੋਜ਼ਿਟਿਵ ਤੋਂ ਕਰੰਟ I1 ਸੈਂਡ ਕੀਤਾ ਠੀਕ ਹੈ ਅਸੀਂ ਕਹਿੰਦੇ ਇਧਰੋਂ ਬੈਟਰੀ ਤੋਂ ਐਕਚੁਅਲ ਤੁਹਾਡੇ ਨੂੰ ਜਿਹੜੀ ਫਿਗਰ ਦਿਖਾਈ ਆ ਉਹਦੇ ਚ ਕਰੰਟ ਦੀ ਡਿਸਟ੍ਰੀਬਿਊਸ਼ਨ ਸ਼ੋ ਕੀਤੀ ਹੋਈ ਆ ਪੇਪਰ ਦੇ ਅੰਦਰ ਤੁਹਾਨੂੰ ਸਰਕਟ ਸਿਰਫ ਇੰਨਾ ਹੋਏਗਾ ਉਹ ਚ ਕਰੰਟ ਦਿਖਾਏ ਨਹੀਂ ਹੋ ਸਕਦੇ ਠੀਕ ਹੈ ਜੀ ਉਹ ਬਹੁਤ ਘੱਟ ਚਾਂਸਸ ਹੈ ਕਿ ਵੀ ਸਾਰੀ ਆਰਮਸ ਕਰੰਟ ਉਹ ਦਿਖਾ ਦੇਵੇ ਪਹਿਲੇ करंट दी डिस्ट्रीब्यूशन तुसी खुद क्रिएट करनी है क्लियर इन्नी गल यस सर यस सर चल आप ये तो ले रहे हैं कि भी I1 करंट बैटरी दे पॉजिटिव तो मूव कर रहा और इस बैटरी तो मान लो I2 करंट ले रहा मैं हुण वेरिएबल सारे ओही रखन लग्या जेडे तुहानू बुक च तुहाडे मिल जाणगे जेडे तुहाडे एसएच फिगर च बने हुए और इस पॉइंट ए ते आके I1 करंट जदों दो पार्ट च डिवाइड होया ਅਸੀਂ ਕਹਿੰਦੇ ਜੀ ਇਸ ਆਰਮ ਚੋਂ ਜਿਹੜਾ ਕਰੰਟ ਫਲੋ ਕਰਕੇ ਜਾਣਾ ਠੀਕ ਹੈ ਉਹ ਕਰੰਟ ਮੇਰੇ ਕੋਲ ਮੰਨ ਲਓ ਹੋ ਗਿਆ I3 I1 ਇਧਰੋਂ ਆ ਗਿਆ I2 ਇਸ ਬੈਟਰੀ ਤੋਂ ਤੁਰ ਪਿਆ ਠੀਕ ਹੈ ਜੀ ਇੱਥੇ A ਤੋਂ ਡਿਵੀਜ਼ਨ ਕੀਤੀ I1 ਚੋਂ I3 ਇਸ ਆਰਮ ਚ ਨਿਕਲ ਗਿਆ ਤੇ ਇਸ ਆਰਮ ਚ ਮੇਰੇ ਕੋਲ ਬਾਕੀ ਦਾ ਕਰੰਟ ਕਿੰਨਾ ਜਾਊਗਾ ਜੀ I1 I3 ठीक है ਹੁਣ I1 I3 ਇਧਰੋਂ ਫਲੋ ਕਰਕੇ ਤੇ ਇੱਥੇ ਕਿਰਚੌਫ ਫਰਸਟ ਲਾਅ ਜਿਹੜਾ ਜੰਕਸ਼ਨ ਤੇ ਲੱਗਦਾ ਉਹ ਲਾ ਦਾਂਗੇ I1 I3 ਇਧਰੋਂ ਆ ਰਿਹਾ I2 ਕਰੰਟ ਇਧਰੋਂ ਆ ਰਿਹਾ ਤੇ ਇਸ ਆਰਮ ਦੇ ਵਿੱਚ ਕਰੰਟ ਕਿੰਨਾ ਜੀ I1 plus I2 minus I3 एक सेकंड पहले मुझे दसो आवाज आ रही क्लियर यस सर ਸਿੱਧੀ ਜੀ ਗੱਲ ਸ਼ੁਰੂ ਤੋਂ ਹੀ ਕਹਿ ਰਹੇ ਆ ਨਿਊਮੈਰੀਕਲ ਚ ਰਿਸਪੌਂਡ ਕਰੂੰਗੇ ਠੀਕ ਹੈ ਨਾ ਤੁਹਾਡੇ ਰਿਸਪੌਂਸਸ ਨਾਲ ਹੀ ਮੈਂ ਜਿਹੜਾ ਵਾ ਸਪੀਡ ਫੜ ਸਕਦਾ ਇਸ ਪੁਆਇੰਟ ਦੇ ਉੱਤੇ ਆ ਕੇ ਦੋ ਪਾਸਿਓਂ ਕਰੰਟ ਆ ਰਿਹਾ I2 ਔਰ ਇਧਰੋਂ I1 I3 ਤੇ ਇਸ ਆਰਮ ਚ ਜਿਹੜਾ ਕਰੰਟ ਫਲੋ ਕਰ ਗਿਆ ਉਹ ਬਣ ਗਿਆ I1 I3 I2 ਕਲੀਅਰ ਹੈ ਨੀ ਗੱਲ यस सर यस सर पॉइंट पे आके हुन करंट जदों एसएच अग्गों आना आ बैटरी दे पॉजिटिव ने सर्किट च I1 करंट सेंड कीता सी ते ਇਹਦਾ ਮਤਲਬ ਹੈ ਇਧਰੋਂ ਬੈਟਰੀ ਦੇ 네ਗੇਟਿਵ ਨੂੰ ਜਦੋਂ ਕਰੰਟ ਦੀ ਸਪਲਾਈ ਜਾਣੀ ਇਸ ਟੋਟਲ ਕਰੰਟ ਦੇ ਵਿੱਚੋਂ ਇਸ ਸਾਈਡ ਨੂੰ ਮੇਰੇ ਕੋਲ ਐਸਐਚ ਦੋ ਮੈਥਡ ਆ ਹੁਣ ਇਹਨੂੰ ਕਰਨ ਦੇ ਬੇਟਾ
ਆਪਾਂ B ਤੋਂ ਇਥੋਂ ਆ ਕਰੰਟ ਤੇ ਇਧਰੋਂ ਆ ਕਰੰਟ ਮਿਲਾ ਕੇ ਉੱਪਰੋਂ ਥੱਲੇ ਨੂੰ ਤੁਰੇ ਆ। ਬੇਸ਼ੱਕ ਤੁਸੀਂ ਆ ਕਰ ਸਕਦੇ ਸੀਗੇ, ਇਧਰੋਂ I2 ਜਦੋਂ ਇੱਥੇ ਪਹੁੰਚਣਾ, ਇਧਰੋਂ ਜਿਹੜਾ ਕਰੰਟ ਮੇਰੇ ਕੋਲ I3 ਗਿਆ ਤੇ I3 ਇਸ ਥਾਂ ਤੇ ਜਾ ਕੇ ਦੋ ਪਾਰਟ ਚ ਡਿਵਾਈਡ ਕਰਾ ਦਿਓ, ਠੀਕ ਹੈ। ਤੇ ਇਸ ਆਰਮ ਚ ਜਿਹੜਾ ਕਰੰਟ ਜਾਏਗਾ ਉੱਪਰ ਨੂੰ, ਤੇ ਜਿਹੜਾ ਐਸਐਚ I2 ਇਧਰੋਂ ਆਣਾ ਸੀ ਨਾ, ਫਿਰ ਇਹ ਦੁਬਾਰਾ ਆਪਾਂ ਕੰਬਾਈਨ ਕਰ ਸਕਦੇ ਆ। I2 ਤੇ ਆ ਕਰੰਟ ਮਿਲ ਕੇ ਜਦੋਂ ਇੱਥੇ ਆਏ, ਇਧਰੋਂ ਦੀ ਥੱਲੇੋਂ I3 ਦੇ ਵਿੱਚੋਂ ਕੁਝ ਕਰੰਟ ਉੱਪਰ ਚੜਾ ਦਾਂਗੇ, ਉਹ ਕਰੰਟ ਇਸ ਪੁਆਇੰਟ ਤੇ ਜਾ ਕੇ ਇਸ ਆਉਣ ਵਾਲੇ ਕਰੰਟ ਦੇ ਵਿੱਚ ਨਾਲ ਜਿਹੜਾ ਵਾ ਆਪੋਜ਼ਿਟ ਡਾਇਰੈਕਸ਼ਨ ਕਰਕੇ ਮਾਈਨਸ ਹੋ, ਫਿਰ ਇਧਰ ਨੈਟ ਕਰੰਟ ਦੇ ਸਕਦੇ ਸੀ। ਹੁਣ ਇੱਥੋਂ ਜੋ ਆਪਾਂ ਕਰਦੇ ਪਏ ਉਹਦੇ ਅਕੋਰਡਿੰਗਲੀ I1 I3 I2 ਜਦੋਂ C ਪੁਆਇੰਟ ਤੇ ਆਇਆ, ਉਹਦੇ ਵਿੱਚੋਂ ਬੈਟਰੀ ਦੇ ਇਸ ਟਰਮੀਨਲ ਨੂੰ ਵਾਪਸ I1 ਚਲ ਜਾਓ। Yes, sir. Yes, sir. ਤੇ ਹੁਣ ਇਸ ਆਰਮ ਚ ਆਪਣੇ ਕੋਲ ਕਰੰਟ ਕਿੰਨਾ ਰਹਿ ਗਿਆ ਜੀ? I1 I3 I2 ਚੋਂ I1 ਹੋ ਗਿਆ ਮਾਈਨਸ, ਇਸ ਆਰਮ ਚ ਕਰੰਟ ਕਿੰਨਾ ਰਹਿ ਗਿਆ? I2 I2 minus I3. I2 minus Minus I3 I3. ਬਿਲਕੁਲ। ਹੁਣ I2 I3 ਇਧਰ ਉਤਰ ਕੇ ਆ ਰਿਹਾ, ਠੀਕ ਹੈ ਜੀ, D ਜੰਕਸ਼ਨ ਵੱਲ, ਔਰ A ਤੋਂ ਜਿਹੜਾ ਕਰੰਟ I3 ਆ ਰਿਹਾ, ਇੱਥੇ ਜਦੋਂ ਕੰਬਾਈਨ ਕਰਾਂਗੇ ਤੇ I2 I3 ਚੋਂ I3 ਜਿਹੜਾ ਵਾ ਉਹ ਮਾਈਨਸ ਹੋ ਜੂ, ਸੌਰੀ ਪਲੱਸ ਹੋ ਜਾਏਗਾ। Yes, sir. ਤੇ ਪਲੱਸ ਹੋ ਕੇ ਇੱਥੇ D ਤੇ ਜਿਹੜਾ ਕਰੰਟ ਰਹਿ ਗਿਆ ਉਹ ਮੇਰੇ ਕੋਲ I2 ਰਹਿ ਜੂ ਬੇਟਾ। Yes, Yes, sir. Yes, sir. ਤੇ ਇਹਦਾ ਮਤਲਬ ਇਸ ਬੈਟਰੀ ਦੇ ਪੋਜ਼ਿਟਿਵ ਨੇ ਸਰਕਟ 'ਚ I2 ਭੇਜਿਆ ਸੀ, ਤੇ ਇਸ ਬੈਟਰੀ ਦੇ 네ਗੇਟਿਵ ਨੂੰ ਵਾਪਸ ਅਸੀਂ I2 ਹੀ ਦੇਣਾ, ਯਾਨੀ ਇੱਥੇ I2 I3 I3 ਆ ਕਰਕੇ ਆਪਣੇ ਕੋਲ ਜਿਹੜਾ ਨੈਟ ਕਰੰਟ ਆ ਉਹ ਬੈਟਰੀ ਦੇ ਪੋਜ਼ਿਟਿਵ ਨੂੰ I2 ਹੀ ਵਾਪਸ ਮੁੜ ਜਾਏਗਾ। ਕਰੰਟ ਡਿਸਟ੍ਰੀਬਿਊਸ਼ਨ ਕਲੀਅਰ ਆ? Yes. Yes, sir. Yes, sir. ਹੁਣ Yes, sir. ਇਹਦੇ ਵਿੱਚ ਕਿੰਨੇ ਅਨਨੋਨ ਵੇਰੀਏਬਲ ਆ ਜਿਹੜੇ ਆਪਾਂ ਫਾਈਂਡ ਆਊਟ ਕਰਨੇ ਜੀ, ਕਿਉਂਕਿ ਅਸੀਂ ਕਰੰਟ ਕੱਢਣਾ ਹਰ ਬ੍ਰਾਂਚ ਦਾ। ਆਪਣੇ ਅਨਨੋਨ ਵੇਰੀਏਬਲ ਟੋਟਲ ਕਿੰਨੇ ਬਣੇ ਆ? 3 ਤਿੰਨ। ਇੱਕ I1 ਹੋ ਗਿਆ, ਇੱਕ I2 ਹੋ ਗਿਆ, ਇੱਕ I3। ਜੇ ਇਹ ਤਿੰਨ ਲੱਭ ਗਏ, I1 I3 ਵੀ ਲੱਭ ਜਾਣਾ, ਆ ਵੀ ਮਿਲ ਜਾਣਾ, ਸਾਰੀਆਂ ਆਮ ਮਿਲ ਜਾਣਗੀਆਂ। ਮਤਲਬ ਤਿੰਨ ਕਰੰਟ ਲੱਭਣ ਲਈ ਮੈਨੂੰ ਘੱਟੋ ਘੱਟ ਤਿੰਨ ਇਕੁਏਸ਼ਨ ਚਾਹੀਦੀਆਂ। Yes, sir. ਤੇ ਇਹਦਾ ਮਤਲਬ ਹੈ ਇਹ ਚ ਮਿਨੀਮਮ 3 ਲੂਪ ਤੁਸੀਂ ਲੈਣੇ ਹੀ ਲੈਣੇ ਆ, ਠੀਕ ਹੈ ਜੀ। ਹੁਣ ਉਹਦੇ ਵਿੱਚੋਂ ਜੇ ਐਸਐਚ ਤੋਂ ਸ਼ੁਰੂ ਕਰਾਂ, ਆਪਾਂ ਐਸਐਚ ਆ ਇੱਕ ਲੂਪ ਲੈਣ ਲੱਗੇ ABCA, ਆ ਲੈ ਲਓ। ਇੱਕ ਵਾਰੀ ਆ ਲੂਪ ਲੈ ਲਾਂਗੇ ADCA, ਤੀਜੀ ਵਾਰੀ ਲੈਣਾ ਹੋਵੇ ਤੁਸੀਂ ਇੱਥੋਂ ਭਾਵੇਂ ਆ ਪੂਰਾ ਇਦਾਂ ਲੂਪ ਲੈ ਲਓ। ਚੌਥਾ ਲੂਪ ਲੈਣਾ ਹੋਵੇ ਤੁਸੀਂ ਇਧਰੋਂ ਆ ਲੂਪ ਲੈ ਲਓ। ਪੰਜਵਾਂ ਲੂਪ ਲੈਣਾ ਹੋਵੇ ਤੁਸੀਂ ਇਧਰੋਂ ਦੀ ਕਹਿੰਦਾ ਜੀ ਆਹ ਵਾਲਾ ਲੂਪ ਲੈ ਲਓ। ਇਹ ਸਾਰੇ ਲੂਪਸ ਦੇ ਵਿੱਚੋਂ ਤੁਸੀਂ ਕੋਈ 3 ਲੂਪ ਲੈ ਕੇ ਇਹਨੂੰ ਆਪਾਂ ਸਿੰਪਲੀਫਾਈ ਕਰਨਾ। ਹੁਣ ਫਰਸਟ ਲੂਪ ਨਾਲ ਇਕੁਏਸ਼ਨ ਲਿਖ ਰਿਹਾ, ਇਨ ਲੂਪ ABCA। ਹੁਣ ਆਪਣੇ ਕੋਲ ਲੂਪ ਇਕੁਏਸ਼ਨ ਕੀ ਹੁੰਦੀ ਸੀਗੀ ਕਿ ਸਮੇਸ਼ਨ E ਇਕੁਅਲ ਟੂ ਸਮੇਸ਼ਨ IR, ਮਤਲਬ ਸਰਕਟ ਦੇ ਜਿਹੜਾ ਲੂਪ ਲਾਉਂਗੇ ਉਹ ਚ ਜਿੰਨੀ ਬੈਟਰੀਜ਼ ਨੇ ਉਹਦੀ ਸਮ ਟੋਟਲ, ਵੋਲਟੇਜ ਦੀ ਤੇ IR ਦੀ ਕਹਿੰਦਾ ਜੀ ਵੋਲਟੇਜ ਨੂੰ ਆਪਸ ਵਿੱਚ ਇਕੁਅਲ ਜਾਂ ਮਾਈਨਸ ਕਰਕੇ ਇਕੁਅਲ ਟੂ 0 ਕਰ ਦਿਓ। ਹੁਣ ਆਪਾਂ ਐਸਾ ਜਿੱਥੋਂ ਚੱਲੀਏ ਤੇ ਜਿਹੜਾ ਲੂਪ ਦਾ ਨਾਮ ਆਪਾਂ ਰੱਖਿਆ ABCA, ਇਹਦੇ ਵਿੱਚ ਆਪਾਂ ਜਦੋਂ ਚੱਲੇ ਆ ਸਾਈਨ ਕਿੱਦਾਂ ਦਿੱਤੇ ਸੀ ਉਹ ਦੱਸਿਆ ਸੀ ਪੁੱਤ। ਜੇ ਬੈਟਰੀ ਦਾ ਲੂਪ ਨੂੰ ਪੜਨ ਲੱਗੇ 네ਗੇਟਿਵ ਟਰਮੀਨਲ ਪਹਿਲੋਂ ਆਵੇ, ਫਿਰ EMF ਸਾਡੀ ਪੋਜ਼ਿਟਿਵ ਹੋਏਗੀ, ਠੀਕ ਆ। ਯਾਨੀ ਅਸੀਂ ਲੋ ਪੋਟੈਂਸ਼ੀਅਲ ਤੋਂ ਹਾਈ ਪੋਟੈਂਸ਼ੀਅਲ ਵੱਲ ਜਾਂਦੇ ਹੋਈਏ ਤੇ ਸਾਡਾ ਪੋਟੈਂਸ਼ੀਅਲ ਯਾਨੀ EMF ਪੋਜ਼ਿਟਿਵ ਕੰਸੀਡਰ ਹੋਏਗੀ। ਕਿੰਨੀ ਗੱਲ ਕਲੀਅਰ ਆ? Yes, sir. Yes. Yes, sir. ਚਲੋ, ਤੇ ਇਹਦਾ ਮਤਲਬ ਆਪਾਂ ਜਿਹੜਾ ਲੂਪ ਦਾ ਨਾਮ ਰੱਖਿਆ ਉਹਦੇ ਵਿੱਚ ਆਪਣੀ ਬੈਟਰੀ ਦੀ ਵੋਲਟੇਜ +10 ਆ ਜਾਊਗੀ। Yes, sir. Yes, sir. ਹੁਣ ਚਲੋ IR ਵਾਲੀ ਚੀਜ਼ ਲਈ, IR ਵਾਸਤੇ ਆਪਾਂ A ਤੋਂ B ਚੱਲੇ ਤੇ ਆਪਣੀ ਇਕੁਏਸ਼ਨ ਆ ਗਈ 4 I1 I3। ਕਰੰਟ ਵੀ ਇਸੇ ਪਾਸੇ ਨੂੰ ਚੱਲ ਰਿਹਾ ਸੀ। ਆਪਾਂ B ਤੋਂ C ਵੱਲ ਚੱਲੇ, +2 I1 I3 I2 ਆ ਗਿਆ। ਉਸ ਤੋਂ ਬਾਅਦ ਆਪਾਂ C to A ਚੱਲੇ, ਕਰੰਟ ਵੀ ਇਧਰ ਨਹੀਂ ਆ, +I1 1 ਆ ਗਿਆ। ਇਹਨੂੰ ਪਹਿਲਾਂ ਸਿੰਪਲੀਫਾਈ ਕਰ ਲਓ, ਆਪਣੀ ਇਕੁਏਸ਼ਨ ਬਣ ਗਈ 10 = 4 I1 + 2 I1 6 I1 + I1 यानी 7 I1
ਉਸ ਤੋਂ ਬਾਅਦ -4i3 -2i3 यानी -6i3 आ गया। उस तो बाद चलिए तो अपने को आ गया जी +2i2। ये अपनी फर्स्ट इक्वेशन बन गई। क्लियर है फर्स्ट इक्वेशन? Yes, Yes, sir. sir. Yes, sir. हुण ले लो जी दूजा लूप ADCA। ADCA बोलो इस एक लूप के अंदर इक्वेशन की लिखा, जेड़ा मर्जी है ना बोलो। Sir, 10 is equal to I3 into 4 हाँ minus हाँ I2 minus I3 into 2 and then positive में I1 into 1. बिल्कुल। ਆਪਾਂ ਹੁਣ ਪਹਿਲੇ ਇਧਰੋਂ ਜਦੋਂ ਬੈਟਰੀ ਚ ਘੁੰਮੇ ਤਾਂ 네ਗੇਟਿਵ ਪਹਿਲੋ ਆਇਆ ਤੇ ਪੋਜ਼ਿਟਿਵ ਬਾਅਦ ਚੋਂ, ਇਹਦਾ ਮਤਲਬ ਇਹ ਚ 10 ਇਕੁਅਲ ਟੂ, ਉਸ ਤੋਂ ਬਾਅਦ ਆਪਾਂ A ਤੋਂ D ਵੱਲ ਚੱਲ ਪਏ, ਇਧਰ ਕਰੰਟ ਵੀ ਇਸੇ ਪਾਸੇ ਨੂੰ ਹੋ ਜਾਣੀ 4i3। ਉਸ ਤੋਂ ਬਾਅਦ ਚਲੋ ਤੁਸੀਂ ਚੱਲੇ D to C, ਕਰੰਟ ਉਲਟ ਆ ਰਿਹਾ ਤੁਹਾਡੇ ਤੋਂ, ਯਾਨੀ ਇੱਥੇ ਇਕੁਏਸ਼ਨ ਮਾਈਨਸ ਆਫ 2 into I2 minus I3। ਉਸ ਤੋਂ ਬਾਅਦ ਆਪਾਂ ਚੱਲੇ C to A, ਠੀਕ ਹੈ ਜੀ, ਪਲੱਸ ਆਪਣੇ ਕੋਲ ਆ ਗਿਆ I1 into 1, यानी अपनी इक्वेशन बन गई 10 इक्वल टू 4i3 प्लस 2i3 यानी 6i3 माइनस 2i2 प्लस i1। ये मेरे को सेकंड इक्वेशन आ गई। क्लियर है निगल? Yes, sir. Yes. चलो ਹੁਣ ਇਧਰੋਂ i2 ਨੂੰ ਹੋਰ ਇਨਵੋਲਵ ਕਰਨ ਲਈ, ਸੈਕੰਡ ਬੈਟਰੀ ਨੂੰ ਇਨਵੋਲਵ ਕਰਨ ਲਈ ਆਪਾਂ ਪੂਰਾ ਬਾਹਰੋਂ ਬਾਹਰ ਵਾਲਾ ਵੱਡਾ ਲੂਪ ਲੈ ਲੈਂਦੇ। ये थर्ड लूप ले रहे हैं A B E F D A। आप बारो बार दी इनू घुमा लो, ठीक है जी, जिहदे च मेरे को ऐसे आ वाला लूप कंसीडर कर ली। ਇਹਦੇ ਅਕ੍ਰੋਸ ਜੇ ਬੈਟਰੀ ਵਾਲੇ ਪਾਸੇ ਨੂੰ ਚੱਲੀਏ ਤੇ ਬੈਟਰੀ ਦਾ ਆਪਣਾ ਪੋਟੈਂਸ਼ੀਅਲ ਕੀ ਹੋਏਗਾ? -5. 네ਗੇਟਿਵ, ਕਿਉਂਕਿ A to B B to E to F ਜਦੋਂ ਚੱਲੇ ਤੇ ਪੋਜ਼ਿਟਿਵ ਪਹਿਲੋ ਆਇਆ ਵਾ, ਇਸ ਲਈ ਇਧਰ ਟਰਮ ਮੇਰੀ ਜਿਹੜੀ ਹੋਏਗੀ ਉਹ -5 ਨਾ ਬਣ ਜੂ। -5 equal to, ਹੁਣ ਇਹ ਤੋਂ ਚਲੋ 4 into I1 minus I3। ਉਸ ਤੋਂ ਬਾਅਦ ਆਪਾਂ B to F ਚੱਲੇ, ਇੱਥੇ ਕੋਈ ਰੈਜ਼ਿਸਟਰ ਨਹੀਂ ਆਈ, F to D ਕੋਈ ਰੈਜ਼ਿਸਟਰ ਨਹੀਂ ਆਈ, ਮੁੜ ਕੇ D to A ਚੱਲੇ ਤੇ ਆਪਣੇ ਕੋਲ ਆ ਗਿਆ +4 into I3। ਠੀਕ ਹੈ ਜੀ, ਕਲੀਅਰ ਹੈ ਇਕੁਏਸ਼ਨ? Sir, sir, -4i3 नहीं ਕਿਹੜਾ ਬੇਟਾ? Sir, नीचे सबसे. अच्छा सॉरी D to A गए ना, ठीक है जी, ठीक। यही एक चीज ध्यान रख लियो, मेरे को गलती ना होया वा, अदरवाइज एक गलती चलेगी तो लभनी नहीं मुड़ के अपन जल्दी। चलो करिए एडजस्ट, माइनस एडजस्ट कर लो ते अपने को 5 इक्वल टू आ गया -4i1। ठीक है जी, -4i3 इधरों बनना, माइनस इधरों लाया, +4i3। ठीक है, ते इधरों अपने को माइनस गई ते प्लस, यानी 8i3 इतना बन जू बच्चे। क्लियर है थर्ड इक्वेशन? Yes, sir. Yes, sir. ਹੁਣ ਧਿਆਨ ਦਿਓ ਬੇਟਾ, ਆਪਣੇ ਕੋਲ ਤਿੰਨ ਇਕੁਏਸ਼ਨਾਂ ਬਣੀਆਂ। ਹੁਣ ਇਹ ਦੇਖੀਏ ਕਿ ਇਹਨਾਂ ਤਿੰਨ ਨਾਲ ਸੋਲਵ ਹੋਣਾ ਸ਼ੁਰੂ ਹੋ ਜਾਂਦਾ ਆਪਣਾ। ਉਹਦੇ ਲਈ ਕੀ ਕਰੋਗੇ? ਹੁਣ ਜਿੱਦਾਂ ਸਾਈਮਲਟੇਨੀਅਸਲੀ ਦੋ ਇਕੁਏਸ਼ਨਸ ਲੈ ਕੇ ਸੋਲਵ ਕਰਦੇ ਆ, ਹਨਾ, ਇੱਕ ਦੋ ਵੇਰੀਏਬਲ ਕੱਢੀ ਦਾ x y ਦੀ ਫਾਰਮ ਚ, ਮੁੜ ਕੇ ਉਹਨੂੰ y ਵਾਲੀ ਇਕੁਏਸ਼ਨ ਚ ਭਰ ਦਿੱਤਾ, y ਨਿਕਲ ਆਂਦਾ ਵਾਪਸ, ਫਿਰ x ਕੱਢਦੇ ਆ। ਹੁਣ ਇਦਾਂ ਹੀ ਇੱਥੇ ਚੱਲਾਂ ਤੇ ਥਰਡ ਇਕੁਏਸ਼ਨ ਮੇਰੀ ਦੋ ਵੇਰੀਏਬਲ ਚ ਆਈ ਆ, यानी जे मैं इथों SH I3 दी वैल्यू कढ लवां, वो I1 दी फॉर्म च बन जू, I3 दी वैल्यू इस और इस दोनों इक्वेशनां च भर दवां ते मेरे कोल ये दो इक्वेशनां जड़ियां ने, ये I1 ते I2 च आ जू। Yes, sir. Yes, sir. Yes, sir. ਇਹਦਾ ਮਤਲਬ ਦੋ ਨਵੀਆਂ ਇਕੁਏਸ਼ਨਾਂ ਜਿਹੜੀਆਂ ਮੇਰੀਆਂ ਬਣਨੀਆਂ, ਉਹਨਾਂ ਚ I1 ਤੇ I2 ਇਹ ਦੋ ਵੇਰੀਏਬਲ ਮੇਰੇ ਆ ਗਏ। ਥੋੜਾ ਜਿਹਾ ਕਰਦੇ ਇਹਨੂੰ ਕੰਪਲੀਟ, ਤੁਸੀਂ ਕਰਨਾ ਮੁੜ ਕੇ ਇਹਨੂੰ। आप इथों करिए ना, तो अपने को आ गया जी 5 + 4i1 over 8 equal to I3। Put in 1 and 2। ठीक है जी, जे इक्वेशन 1 च भरीए ते अपने को आ गया 10 equal to 7i1 minus 6 into 5 plus 4i1 by 8। ਹੁਣ ਇਹ ਪੁੱਤ ਚੀਜ਼ਾਂ ਜਿਹੜੀਆਂ ਨੇ ਇਹ ਤੁਹਾਡੇ ਕਰਨ ਵਾਲੀਆਂ, ਔਰ ਇਹਨੇ ਟਾਈਮ ਕੰਜ਼ਿਊਮ ਕਰਨਾ, और ये तदे पॉसिबल होएगा तुहाडे लई पेपर च सॉल्व करना। ठीक है जी, हुण तां है ही MCQ है, इसलिए स्पीड बनानी पएगी। ठीक है ना, जे हुण तुसीं इन्हां दी प्रैक्टिस करदे हो
ठीक है, इसलिए खुद प्रैक्टिस अपने तीन चीजों की जरूर करियो, वो ज्यादा बेटर रहूगा। 7i1 माइनस 6 इंटू i3, ठीक है जी, प्लस 2i2, ठीक है। तो इक्वेशन सॉल्व कर लेने आपां। अपनी इक्वेशन की बन गई 10 इक्वल टू 7i1, इतो इनु सॉल्व करा ते 2 3 दा 2 4 दा अपने को आ गया जी -3/4, 5 प्लस 4i1 प्लस 2i2। तो जे इनु सिंपलीफाई करो अपने को आ गया जी 40 इक्वल टू 4 7 दा 28i1 माइनस 3 5 दा 15 माइनस 3 4 दा 12i1 प्लस 8i2। क्लियर इन्नी गल? Yes, sir. Yes, sir. Yes, sir. इक्वेशन जे ऐसे वे लाओ तो 40 इक्वल टू आ गया 28 i माइनस 12 16 16i1, ठीक है जी। अभी इधर एडजस्ट कर लो, 40 प्लस 15 55 आ गया, 55 इक्वल टू 12 16i1 प्लस 8i2। हुन आ मेरी इक्वेशन जेडी है इक्वेशन नंबर 4, ठीक है जी, ये i1 ते i2 दी फॉर्म च आ गई। सिमिलरली इदां ही तुसी इक्वेशन 2 च वैल्यू भरो, मुड़ के ये भी इक्वेशन i1 ते i2 दी फॉर्म च रह जू। फिर दोबारा ये साइमल्टेनियसली दो इक्वेशनां दे जेड़ा अपना मेथड हुंदा सॉल्व करन दा, वो हो जाएगा सॉल्व। Yes, sir. Yes. Yes, sir. Yes, sir. Yes, sir. यार सुस्त हो गए नहीं, एक्टिव हो गए। इतना समय लगदा पिया? Yes, sir. Yes, sir. Yes, इनु छड्डा कर लूंगे इनु कंप्लीट। कोई कंप्लीशन करोगे तुसी खुद? Yes, sir. Yes, Yes, sir. sir. खुद मैं इत्थे जे इनु करदा जाऊंगा, ठीक है जी, सिर्फ टाइम लगना वा, होर कुछ नहीं आ, ठीक है। ते मुड़ के जाके तुसी जे ये चीज़ां करो, तुहाडी प्रैक्टिस जरूरी है, मेरी नहीं, ठीक है। मेन उपरों डिस्ट्रीब्यूशन एक्सप्लेन करनी, ठीक है, लूप लॉ लाने, वो दसना मेरा काम है, वो तुहानू दस दिता। हुण आ मैथमैटिकल पोर्शन सॉल्व करना, ये थोड़ा जिहा तुसी इन्हां चीज़ां दे उत्ते जोर ला लो, क्योंकि तुहाडी स्पीड इत्थे चाहिदी है बेटा, ठीक है। मैं करता रहूंगा तो फिर सिर्फ टाइम कंज्यूमिंग है कि भी i1 इदा कढ लो जी, हुण i2 भी निकल आया, मुड़ के वापस भरो i3 कढ लो, अपने i1 i2 i3 आ गए, फिर डिफरेंट ब्रांच दे असीं दसांगे करंट किहड़े। मेन इहदे विच बनदा कि करंट दी डिस्ट्रीब्यूशन समझनी, ठीक है, ते दूजा लूप लॉ लानी। ਉਹ ਜੇ ਦੋ ਚੀਜ਼ਾਂ ਸਹੀ ਹੈਗੀਆਂ ਫਿਰ ਤੁਹਾਡਾ ਨੂਮੈਰੀਕਲ ਜਿਹੜਾ ਵਾ ਉਹ ਸੋਲਵ ਹੋ ਜਾਣਾ, ਠੀਕ ਆ। ਨੈਕਸਟ ਨੂਮੈਰੀਕਲ ਦੇਖੋ, ਨੈਕਸਟ ਹੈਗਾ ਆਪਣੇ ਕੋਲ ਹਾਂਜੀ 7th Wheatstone bridge circuit has the resistances in various arm as shown in the figure. Calculate the current through the galvanometer. Next question ਦੇ ਅੰਦਰ ਉਹਨੇ ਤੁਹਾਡੇ ਕੋਲ 7 ਦੀ ਜਿਹੜੀ ਫਿਗਰ ਦਿੱਤੀ ਆ, ਉਹ ਚ ਦੇਖੋ ਤੁਹਾਡੇ ਕੋਲ ਸਰਕਟ ਡਾਇਗਰਾਮ ਚ ਕੀ ਗਿਵਨ ਆ। ਮੈਂ ਅੰਦਰ ਉਹਦੀ ਫਿਗਰ ਬਣਾ ਰਿਹਾ। कोशिश ये करो कि भी कॉपी लैके बैठो ते नालों नाल सर्किट जेडे ने वो बना के डिस्ट्रीब्यूशन खुद बना के देखो एक बारी। हाँ जी करिए शुरू। Yes, sir. Yes, sir. चलो उन्हें अपने क्वेश्चन जे क्या कैलकुलेट द करंट पासिंग थ्रू द गैल्वेनोमीटर है ना, तो तुसी गैल्वेनोमीटर वाला करंट दसना कितना यानी IG कढना। सब तो पहली चीज व्हीटस्टोन ब्रिज दा कोई न्यूमेरिकल या कोई आ जाए कांसेप्ट उच ए चेक करो
ਕੀ ਇਹ ਵੀਟਸਟੋਨ ਬ੍ਰਿਜ ਬੈਲੈਂਸ ਕੰਡੀਸ਼ਨ ਚ ਆ ਕਿ ਨਹੀਂ। ਹੁਣ ਬੈਲੈਂਸ ਕੰਡੀਸ਼ਨ ਚੈੱਕ ਕਰਨ ਦਾ ਕੀ ਮੈਥਡ ਸੀ ਕਿ P/Q ਦੀ ਰੇਸ਼ੋ ਤੇ R/S ਦੀ ਰੇਸ਼ੋ, ਜੇ ਇਹ ਰੇਸ਼ੋ ਇਕੁਅਲ ਆ ਤੇ ਫਿਰ ਆਮ ਆਪਣੇ ਆਪ ਚ ਸਾਨੂੰ ਦੱਸ ਦੂ ਕਿ ਇਹ ਨਿਗਲੈਕਟ ਹੋ ਗਈ, ਇਹਦਾ ਕਰੰਟ 0 ਆ। ਕਿ ਆ ਗੱਲ ਸਮਝ ਲੱਗੀ। Yes, sir. Yes, sir. Yes. ਠੀਕ ਹੈ, Yes, sir. ਬੈਲੈਂਸ ਵੀਟਸਟੋਨ ਬ੍ਰਿਜ ਹੁੰਦਾ ਤਾਂ ਅਸੀਂ ਕਿਹਾ ਸੀ ਆਮ ਦੇ ਜਿਹੜਾ ਟਰਮੀਨਲ B ਔਰ D ਆ ਇਹ ਸੇਮ ਪੋਟੈਂਸ਼ੀਅਲ ਤੇ ਆ ਜਾਂਦੇ, ਜਿਹਦੇ ਕਰਕੇ ਇਸ ਆਮ ਚ ਕੋਈ ਕਰੰਟ ਫਲੋ ਨਹੀਂ ਕਰਦਾ, ਯਾਨੀ ਫਿਰ IG ਦਾ ਆਨਸਰ 0 ਸੀ। ਪਰ ਹੁਣ ਇਸ ਮੂਮੈਂਟ ਤੇ ਜੇ ਮੈਂ ਰੇਸ਼ੋ ਦੇਖਾਂ ਤਾਂ ਰੇਸ਼ੋ ਬਣੀ ਇਧਰੋਂ ਮੇਰੇ ਕੋਲ 10:1, 100/10 ਇਧਰੋਂ ਆਇਆ, ਇਧਰੋਂ ਰੇਸ਼ੋ 12:1 ਬਣਦੀ, ਇਹ ਮੈਂ ਰੇਸ਼ੋ ਇਕੁਅਲ ਨਹੀਂ ਹੈਗੀ। ਤੇ ਜੇ ਰੇਸ਼ੋ ਇਕੁਅਲ ਨਹੀਂ ਹੈਗੀ ਤੇ ਫਿਰ ਤੁਹਾਡਾ IG ਦੀ ਫਾਈਨਾਈਟ ਵੈਲਿਊ ਸੀ ਕੱਢ ਕੇ ਦਿਖਾਣੀ। ਉਹਦੇ ਲਈ ਐਸਾ ਚਲੀਏ, ਇਹ ਤੋਂ I ਐਂਪੀਅਰ ਕਰੰਟ ਚੱਲਿਆ ਇਸ I ਐਂਪੀਅਰ ਚੋਂ, ਠੀਕ ਹੈ ਜੀ। ਇਸ ਆਮ ਚ ਕਰੰਟ ਚਲਾ ਗਿਆ ਮੰਨ ਲਓ I1, ठीक है, इधर मेरे को करंट चला गया I माइनस I1। ये बुद्ध डिस्ट्रीब्यूशन अगे समझी हुई इसलिए थोड़ा जल्दी कर दांगा। I माइनस I1 ये तो B ते जदों I1 करंट पहुंचया वो जो इधर मुड़ गया IG ते इस आम च मेरा करंट जेड़ा वा वो चला गया I1 माइनस IG। क्लियर है? Yes, sir. Yes, sir. ਹੁਣ ਇਧਰੋਂ Sir. IG ਜਿਹੜਾ ਥੱਲੇ ਉਤਰ ਕੇ ਆਇਆ ਤੇ ਇਧਰੋਂ I ਮਾਈਨਸ I1 ਜਿਹੜਾ ਆਇਆ, ਯਾਨੀ ਇਸ ਆਮ ਚ ਜਿਹੜਾ ਕਰੰਟ ਗਿਆ ਸਾਡੇ ਕੋਲ ਉਹਦੀ ਵੈਲਿਊ ਆ ਗਈ I ਮਾਈਨਸ I1 ਪਲੱਸ IG। ਤੇ ਜਦੋਂ C ਤੇ ਕਰੰਟ ਪਹੁੰਚਿਆ I1 ਉੱਪਰੋਂ ਪਲੱਸ ਦਾ ਆ ਰਿਹਾ, ਇਧਰੋਂ I1 ਮਾਈਨਸ ਦਾ ਕੈਨਸਲ ਹੋ ਜਾਣਾ, IG ਮਾਈਨਸ ਆ IG ਪਲੱਸ ਆ ਕੈਨਸਲ ਹੋ ਜਾਣਾ, ਯਾਨੀ C ਪੁਆਇੰਟ ਤੋਂ I ਐਂਪੀਅਰ ਕਰੰਟ ਬਾਹਰ ਮੁੜ ਗਿਆ ਜੀ। Yes, sir. Yes, sir. ਚਲੋ ਹੁਣ ਇੱਕ ਕੰਮ ਦੇ ਰਿਹਾ ਤੁਹਾਨੂੰ ਹੁਣੀ ਕਰਨ ਲਈ, ਠੀਕ ਹੈ ਜੀ। ਇਹਦੀਆਂ ਇਕੁਏਸ਼ਨਾਂ ਲਿਖੋ, ਜਿਹਨੂੰ ਜੋ ਸਮਝ ਹੈਗੀ ਕਿਹੜੀਆਂ ਇਕੁਏਸ਼ਨਾਂ ਲਿਖਣੀਆਂ। ਆਪਣੇ ਅਨਨੋਨ ਵੇਰੀਏਬਲ ਕਿੰਨੇ ਨੇ ਉਹਦੇ ਅਕੋਰਡਿੰਗਲੀ ਇਕੁਏਸ਼ਨਾਂ ਲਿਖੋ। ਇੱਕ ਵਾਰੀ 5 ਮਿੰਟ ਦੇ ਰਿਹਾ ਤੁਹਾਨੂੰ ਇਸ ਚੀਜ਼ ਲਈ। ਹਾਂਜੀ, ਇਹ ਤੋਂ ਸ਼ੁਰੂ ਕਰ ਰਿਹਾ ਕਿ ਜੇ ਫਸਟ ਲੂਪ ਮੈਂ AVDA ਲਵਾਂ, ਇਸ ਲੂਪ ਦੇ ਅੰਦਰ ਬੈਟਰੀ ਕੋਈ ਨਹੀਂ, ਯਾਨੀ ਸਮੇਸ਼ਨ E ਵਾਲੀ ਸਾਈਡ 0 ਆ, ਇਕੁਅਲ ਟੂ ਹੁੰਦਾ ਸਮੇਸ਼ਨ IR ਤੇ IR ਵਾਲੀ ਕੰਡੀਸ਼ਨ ਬਣਾਣੀ ਹੈ ਬੇਟਾ, ਤੇ ਮੇਰੇ ਕੋਲ SH ਬਣ ਗਿਆ 0 ਇਕੁਅਲ ਟੂ 100 into I1 ਪਲੱਸ ਉਸ ਤੋਂ ਬਾਅਦ ਆਪਾਂ ਇਸ ਆਮ B ਤੋਂ D ਵੱਲ ਕਰੰਟ ਵੀ ਥੱਲੇ ਨੂੰ ਆ ਰਿਹਾ, ਇਹਦੀ ਰੈਜ਼ਿਸਟੈਂਸ ਅਸੀਂ 15 ਮੰਨੀ ਆ, IG into 15। ਉਸ ਤੋਂ ਬਾਅਦ ਆਪਾਂ ਚੱਲੇ D ਤੋਂ A ਵੱਲ, ਕਰੰਟ ਇਤੋਂ ਪੁੱਠਾ ਚੱਲਦਾ ਪਿਆ, ਆਪਾਂ D to A ਜਾਣਾ ਤੇ ਕਰੰਟ A to D ਹੋਣ ਕਰਕੇ ਇੱਥੇ ਇਕੁਏਸ਼ਨ ਆ ਗਈ 60 into I minus I1। ਠੀਕ ਹੈ, ਤੇ ਇਹਦੇ ਵਿੱਚੋਂ ਜੇ ਐਸਾ ਆਪਾਂ ਕਾਮਨ ਕੱਢ ਲਈਏ, ਠੀਕ ਹੈ, ਪੂਰੀ ਇਕੁਏਸ਼ਨ 5 ਨਾਲ ਡਿਵਾਈਡ ਕਰ ਲਓ ਤੇ ਆਪਣੇ ਕੋਲ ਆ ਗਿਆ 0 equal to 20 I1 plus 3 IG minus ਕਹਿੰਦਾ ਜੀ 12 of I minus I1। ਤੇ ਇਹਨੂੰ ਐਕਸਪੈਂਡ ਕਰ ਲਓ, ਆਪਣੇ ਕੋਲ ਆ ਗਿਆ 20 I1 ਇਧਰੋਂ ਆਇਆ ਤੇ ਇਧਰੋਂ 12 I1 plus ਦਾ ਹੋਰ ਆ ਜਾਣਾ, ਯਾਨੀ ਆਪਣੇ ਕੋਲ ਆ ਗਿਆ 32 I1 plus ਇਧਰੋਂ ਬਣ ਗਿਆ ਜੀ 3 IG minus 12 I। ਆ ਇਕੁਏਸ਼ਨ ਕਿਆ ਸਾਰਿਆਂ ਨੂੰ ਸਮਝ ਲੱਗੀ? Yes, sir. Yes, sir. Yes, sir. Yes, sir. ਚਲੋ Yes, sir. ਕੋਈ ਹੋਰ ਤਰ੍ਹਾਂ ਬੋਲੋ, ਸੈਕਿੰਡ ਲੂਪ ਕਿਹੜਾ ਲਈਏ? ਜਲਦੀ ਜਲਦੀ ਸਪੀਡ ਨਾਲ ਬੋਲੂਗੇ। Sir, BCDB. BCDB ਬੋਲੋ, ਉਹਦੇ ਅੰਦਰ ਇਕੁਏਸ਼ਨ ਬੋਲੋ। Sir, I1 minus IG into 10. I1 minus 0 equal to, क्योंकि उस लूप च भी बैटरी कोई नहीं हैगी, equal to 0 चलना। I1 minus IG into 10 यानी 10 into I1 minus IG। आगे बोलते जाओ। Minus I minus I1 plus IG into 5. बिल्कुल, आपा जानते पे कहते जी B तो C, C तो D, करंट साडा D तो C साडे तो पुठा वा, इसलिए ਇਹਦੀ टर्म माइनस लिख दांगे -5 into I minus I1 plus IG। आगे बोलो। Minus IG into 16. बिल्कुल, ਆਪਾਂ ਚੱਲੇ D to B ਤੇ ਕਰੰਟ ਆਪਣੇ ਤੋਂ ਰਿਵਰਸ ਡਾਇਰੈਕਸ਼ਨ ਜਾ ਰਿਹਾ, ਇਹਦੀ ਟਰਮ ਆ ਗਈ -15 into IG। ਹੁਣ ਇੱਥੇ 0 equal to ਇਕੁਏਸ਼ਨ ਸੋਲਵ ਕਰਦੇ ਜਾਓ 10 I1 plus 5 I1। ਇਹ ਮਤਲਬ ਆਪਣੇ ਕੋਲ I1 ਦੀ ਫਾਰਮ ਚ ਟਰਮ ਜਿਹੜੀ ਆ ਉਹ ਬਣ ਗਈ 15 I1, ਉਸ ਤੋਂ ਬਾਅਦ 10 IG
ठीक है जी। ते इधरों 5IG दोनों माइनस दे 15IG ते 15IG अपने को आ गया जी -30IG। उस तो बाद तीजी टर्म अपनी इतो बन गई -5I। क्या इक्वेशन 2 क्लियर है सारे नु? Yes, sir. Yes, sir. हुण तक अपने कोल कितने वेरिएबल इन्वॉल्वड हैगे आ? 3 3 वेरिएबल है ना। ਹੁਣ 3 ਵੇਰੀਏਬਲ ਤੋਂ ਆਪਾਂ ਜਦੋਂ ਅੱਗੇ ਨੂੰ ਕੰਟੀਨਿਊ ਕਰਨਾ ਤੇ ਆਪਣੇ ਕੋਲ ਥਰਡ ਇਕੁਏਸ਼ਨ ਇੱਕ ਹੋਰ ਚਾਹੀਦੀ ਆ। ਹੁਣ ਉਹ ਕਿਹੜੇ ਲਿਆਵਾਂ? सर ABCDA ABCDA ਲਿਆ ਸਕਦੇ ਹੋ। ਵੈਸੇ ਕੋਸ਼ਿਸ਼ ਇਹ ਕਰੋ ਪੁੱਤ, ਇੱਕ ਇੱਥੇ ਹਿੰਟ ਨਾਲ ਜੋੜ ਰਿਹਾ, ਇੱਕ ਆ ਵੇਰੀਏਬਲ ਦਿੱਤਾ ਹੋਇਆ ਮੇਰਾ, ਠੀਕ ਹੈ ਨਾ, ਆ ਇੱਕ ਵੇਰੀਏਬਲ ਮੇਰੇ ਕੋਲ ਦਿੱਤਾ ਹੋਇਆ, ਇਹਨੂੰ ਇਨਕਲੂਡ ਕਰੋ ਆਪਣੇ। ਕੋਈ ਇਦਾਂ ਦਾ ਲੂਪ ਲਵੋ ਜਿਹਦੇ ਵਿੱਚ ਮੇਰੇ ਕੋਲ ਐਸਾ ਤੁਹਾਡਾ ਆ ਗਿਵਨ, ਕਿਉਂਕਿ ਜਿਹੜਾ ਤੀਜਾ ਲੂਪ ਵੀ ਲੈ ਰਹੇ ਉਹ ਚ ਆਪਾਂ ਐਸਾ ਚ ਕੀ ਕਰ ਰਹੇ ਕਿ ਵੀ ਉਹੀ ਉੱਪਰ ਵਾਲੇ ਵੇਰੀਏਬਲ ਜਿਹੜੇ ਅਨਨੋਨ ਆ ਸਾਰੇ ਅਸੀਂ ਉਹ ਇਨਕਲੂਡ ਕਰ ਰਹੇ, ਇੱਕ ਨੋਨ ਵੇਰੀਏਬਲ ਨਾਲ ਇਹਨੂੰ ਜੋੜ ਲਓ ਵਿੱਚੋਂ। ਯਾਨੀ ਕੋਈ ਇਦਾਂ ਦਾ ਇੱਕ ਲੂਪ ਇਹ ਕੰਸੀਡਰ ਕਰ ਲਓ ਜਿਸ ਚ ਬੈਟਰੀ ਵੀ ਇਨਵੋਲਵਡ ਆ ਜਾਏ। ਉਹ ਕਿਹੜਾ ਲੂਪ ਲਵਾਂ ਮੈਂ? ਤੁਹਾਡੇ ਜੋ ਹੋ ਸਕਦਾ ਕਿਸੇ ਨੇ ਸੋਚਿਆ ਹੋਵੇ ਇਹ ਲੂਪ ਨੂੰ ਵੀ। ADCFHA. ABCFHA ਲੈ ਲਓ, ਭਾਵੇਂ ADCFHA ਲੈ ਲਓ, ਮਤਲਬ ਭਾਵੇਂ ਬਾਹਰੋਂ ਬਾਹਰ ਦੀ ਉੱਪਰੋਂ ਦੀ ਆ ਜਾਓ, ਭਾਵੇਂ ਥੱਲੇ ਦੀ ਇਧਰੋਂ ਦੀ ਘੁੰਮ ਕੇ ਆ ਜਾਓ, ਠੀਕ ਹੈ। ਇਸ ਬੈਟਰੀ ਨੂੰ ਇਨਕਲੂਡ ਕਰੋ ਆਪਣੇ ਲੂਪ ਦੇ ਅੰਦਰ। ਆਪਾਂ ਇਹਦੇ ਵਿੱਚ ਲੂਪ ਜਿਹੜਾ ਲੈ ਰਹੇ ਉਹ ਬਾਹਰੋਂ ਬਾਹਰ ਉੱਪਰੋਂ ABCFHA ਆਪਾਂ ਆ ਲੂਪ ਲੈ ਲੈਣੇ। ਕਿਆ ਕਲੀਅਰ ਆ? Yes, sir. Yes, sir. Yes. ਹੁਣ ਬੋਲੋ ਕੋਈ ਆ ਨਾ ਕਮਰ, ਇਸ ਲੂਪ ਦੇ ਅੰਦਰ ਆਪਾਂ ਇਕੁਏਸ਼ਨ ਲਿਖਣੀ ਆ, ਕਿੱਦਾਂ ਲਿਖਾਂ ਬੇਟਾ? Sir, I1 into 100 ohm ਬੋਲੀ ਚੱਲ ਜਲਦੀ। I1 into 100 plus 10 ohm into I1 minus IG ਬਿਲਕੁਲ minus 5 ohm ਮਾਈਨਸ so plus I लिखना कला ਪਲੱਸ I ਨਹੀਂ ਪੁੱਤ, ਇੱਕ ਚੀਜ਼ ਧਿਆਨ ਦੇ, ਆਪਾਂ ਜਿੰਨੀਆਂ ਟਰਮਸ ਬੋਲਦੇ ਆ I into R ਬੋਲਦੇ ਆ ਨਾ, हाँ जी सर। ਤੇ ਫਿਰ C ਤੋਂ ਬਾਅਦ H ਤੋਂ ਚੱਲ ਕੇ C ਤੋਂ ਲੈ ਕੇ A ਤੱਕ ਜੇ ਮੈਂ ਘੁੰਮਦਾ ਪਿਆ, ਇਸ ਪੋਰਸ਼ਨ ਦੇ ਅੰਦਰ ਮੇਰੀ ਕੋਈ ਰੈਜ਼ਿਸਟੈਂਸ ਲੱਗੀ? नो सर, सब बैटरी ਦੀ ਪਰ ਇੰਟਰਨਲ ਰੈਜ਼ਿਸਟੈਂਸ ਲਵਾਂਗੇ ਆਪਾਂ। ਮੈਨੂੰ ਕੁਐਸਚਨ ਜੋ ਨੇ ਕਿਹਾ ਹੋਵੇ ਕਿ ਬੈਟਰੀ ਆਫ ਇੰਟਰਨਲ ਰੈਜ਼ਿਸਟੈਂਸ 2 ਓਮ 1 ਓਮ ਫੇਰ ਹੀ ਲਵਾਂਗੇ। ਤੇ ਜੇ ਮੈਨੂੰ ਇੰਟਰਨਲ ਰੈਜ਼ਿਸਟੈਂਸ ਦੱਸੀ ਨਹੀਂ ਤੇ ਸਾਡੇ ਲਈ ਤਾਂ ਇੰਟਰਨਲ ਰੈਜ਼ਿਸਟੈਂਸ ਨੈਗਲੀਜੀਬਲ ਆ, ਉਹ ਤਾਂ ਜ਼ੀਰੋ ਗਿਣੀ ਜਾਣੀ ਆ। ओके सर। ਕਿਆ ਆ ਗੱਲ ਸਾਰਿਆਂ ਨੂੰ ਸਮਝ ਲੱਗੀ ਜੋ ਦੱਸਦਾ ਪਿਆ? Yes, sir. ਜਿਹੜੀ ਕਮਰ Yes sir। ਜਿਹੜੀ ਕਮਰ ਨੇ ਇਕੁਏਸ਼ਨ ਬੋਲੀ ਆ ਉਹ ਹਜੇ ਕੰਪਲੀਟ ਨਹੀਂ ਹੈਗੀ। ਕੋਈ ਦੱਸੇਗਾ ਉਹ ਚ ਕੀ ਗਲਤੀ ਹਜੇ ਵੀ ਸਟੈਂਡ ਕਰ ਰਹੀ? Is equal to 10. ਇਕੁਅਲ ਟੂ 10, ਕਿਉਂਕਿ ਸਮੇਸ਼ਨ E ਇਕੁਅਲ ਟੂ ਸਮੇਸ਼ਨ IR, ਆਪਾਂ IR ਵਾਲੀ ਸਾਈਡ ਤਾਂ ਬਣਾ ਲਈ, ਇਕੁਅਲ ਟੂ ਸਮੇਸ਼ਨ E, ਤੇ ਆਪਣੇ ਕੋਲ ਇਸ ਲੂਪ 'ਚ ਇੱਕ ਬੈਟਰੀ ਵੀ ਇਨਵੋਲਵਡ ਹੈਗੀ ਆ। ਇਹਦਾ ਮਤਲਬ ਜੇ ਆਪਾਂ ਇਹਦੀ ਕੰਡੀਸ਼ਨ ਲਿਖੀਏ ਤੇ ਆਪਣੇ ਕੋਲ ਇਹਦੀ ਇਕੁਏਸ਼ਨ ਬਣੀ, ਜੇ ਇੱਥੇ ਲੈ ਕੇ ਚੱਲਾਂ 10 ਇਕੁਅਲ ਟੂ ਕਿਉਂ ਕਹਿ ਰਹੇ ਹਾਂ? ਕਿਉਂਕਿ ਜਦੋਂ ਆਪਾਂ ਲੂਪ ਦਾ ਨਾਂ ਪੜਿਆ, ਆਪਾਂ F ਤੋਂ H ਵੱਲ ਜਦੋਂ ਚੱਲੇ ਤੇ ਨੈਗੇਟਿਵ ਟਰਮੀਨਲ ਆਫ ਦਾ ਬੈਟਰੀ ਕਮਸ ਫਰਸਟ, ਤੇ ਜੇ ਨੈਗੇਟਿਵ ਟਰਮੀਨਲ ਪਹਿਲੋਂ ਆਂਦਾ ਤੁਸੀਂ ਇਹਦੀ EMF ਨੂੰ ਪੋਜ਼ਿਟਿਵ ਦਵਾਂਗੇ। Yes, sir. Yes sir। ਇਸ ਲਈ ਆਪਣੀ ਇਕੁਏਸ਼ਨ ਜੇ ਲਿਖਾਂ ਤਾਂ 10 ਇਕੁਅਲ ਟੂ, ਹੁਣ ਇਹ ਤੋਂ ਸ਼ੁਰੂ ਕਰ ਲਾਂਗੇ 100 I1 ਪਲੱਸ ਅੱਗੇ 10 into I1 minus IG, ਮੁੜ ਕੇ ਜਾ ਕੇ C ਤੋਂ F, F ਤੋਂ H, H ਤੋਂ A ਤੱਕ ਕੋਈ ਰੈਜ਼ਿਸਟੈਂਸ ਨਹੀਂ ਹੈਗੀ, ਇਸ ਲਈ ਉਹ ਮੇਰੇ ਕੋਲ ਕਿਤੇ ਨਹੀਂ ਆਣੀ ਹੈ ਟਰਮ। ਆਪਣੀ ਟਰਮ ਬਣ ਜਾਣੀ 100 I1 plus 10 into I1 minus IG। ਹੁਣ ਥੱਲੇ ਨੂੰ ਕਰ ਰਹੇ ਹਾਂ, ਆਪਣੀ ਇਕੁਏਸ਼ਨ ਆ ਜਾਣੀ 10 equal to 100 I1 plus 10 into I1 minus IG। ਕਲੀਅਰ ਆ? Yes. yes sir। Yes sir। 10 ਨਾ ਕਰ ਜੋ 100 ਲੈ ਲਓ, ਠੀਕ ਹੈ ਜੀ। ਇੱਥੇ ਮੇਰੇ ਕੋਲ ਆ ਗਿਆ 1 equal to 10 I1 plus 10 I1, ਯਾਨੀ ਆਪਣੇ ਕੋਲ ਬਣ ਗਿਆ 20 I1
20i1 और इधरों अपने को आ गया -10ig। आ अपनी थर्ड इक्वेशन बन गई। हुण जेडे फिर वही ढंग नाल चलो जिदा पिछला न्यूमेरिकल सीगा। अभिजीत जी इहनूं समझियो जेड़ा भी कोई लेट सीगा। हुण जेडी इक्वेशन आ गई ये i1 ते ig दी फॉर्म च आ गई है। इस इक्वेशन दे विचों तुसी ig दी वैल्यू कढ लो या कह लो i1 दी वैल्यू कढ लो, कोई एक वेरिएबल दी। ਅਸੀਂ फाइनली मैंने उन्हें क्वेश्चन च एक वेरिएबल सिर्फ पूछा कि कैलकुलेट द करंट थ्रू गैल्वेनोमीटर मीन आपां IG लभना। तो कोशिश ये करो कि वेरिएबल IG दी फॉर्म च बनाते चलिए, ठीक है। या आप इतों हुण जे ये भी कर लीए गलती नहीं होएगी कि भी तुसी IG दी इतों वैल्यू कढ के ऊपर भर दिओ, I1 ते I मेरे कोल निकल आऊगे, फिर वापस जाके असी IG कढांगे। तो उहदे नालों बैटर ये हैगा कि सारा कुछ IG दी फॉर्म च बनाते चलिए। ਇਹਦਾ मतलब आप इतो i1 ਦੀ वैल्यू ਕੱਢ ਦਿੰਨੇ। ਜੇ मैं i1 ਦੀ वैल्यू ਕੱਢਾਂ ਤੇ 1 + 10ig / 20 = i1। ਆ ਮੇਰੀ i1 ਦੀ वैल्यू बन जू। Yes, sir. Yes. ਹੁਣ i1 ਦੀ वैल्यू फिर ਹੁਣ ਤੁਹਾਡੇ ਤੇ ਆ जाएगा सारा। i1 ਦੀ वैल्यू इस और इस दोनों इक्वेशन च भर दिओ ते ये दोनों इक्वेशन मेरियां ig ਦੀ ਤੇ i ਦੀ फॉर्म च आ जानियां। ਤੇ ਫਿਰ ਜੇ IG ਤੇ I ਦੀ ਫਾਰਮ ਚ ਆ ਗਈਆਂ ਉਹ ਚੋਂ ਕੋਸ਼ਿਸ਼ ਕਰੋ I ਨੂੰ ਐਲੀਮੀਨੇਟ ਕਰ ਦਿਓ ਤੇ ਮੇਰਾ IG ਜਿਹੜਾ ਉਹ ਸਿੱਧਾ ਸਿੱਧਾ ਕੈਲਕੂਲੇਟ ਹੋ ਜਾਏਗਾ। ਹੋ ਜੂ ਇਹ ਚੀਜ਼? Yes, sir. Yes, sir. Yes, sir. Yes, sir. ਉਹ ਤੇ ਇੱਕ ਵਾਰੀ ਫਿਰ ਵਾਰਨ ਕਰ ਰਿਹਾ ਇਹਨੂੰ ਇਦਾਂ ਹੀ ਨਾ ਛੱਡ ਦਿਓ, ਠੀਕ ਹੈ ਜੀ। ਇਹਨਾਂ ਨੂੰ ਆਪਣੇ ਹੱਥੀ ਕਰਿਓ ਔਰ ਕੋਸ਼ਿਸ਼ ਇਹ ਕਰਿਓ ਕਿ ਲੂਪ ਖੁਦ ਦੁਬਾਰਾ ਤੋਂ ਬਣਾ ਕੇ ਕਰੰਟ ਡਿਸਟ੍ਰੀਬਿਊਸ਼ਨ ਦੁਬਾਰਾ ਲੈ ਕੇ ਖੁਦ ਕਰਿਓ ਬੱਚੇ, ਠੀਕ ਹੈ। ਹਾਂਜੀ ਲਾਸਟ ਲੂਪ ਵਿੱਚ ਦੱਸੋ 20i1 ਕਿੱਥੋਂ ਆਇਆ? ਆ ਵਾਲਾ ਹਾਂਜੀ ਆ ਪੁੱਤ ਆਪਾਂ ਪਹਿਲਾਂ 10 ਨਾਲ ਇਹਨੂੰ ਡਿਵਾਈਡ ਕਰ ਲਿਆ। ਜੇ 10 ਨਾਲ ਡਿਵਾਈਡ ਕੀਤਾ ਆਪਣਾ ਕੀ ਬਣਨਾ ਸੀ 1 = 10i1 + 10i1 - 10ig ਤੇ ਆਪਾਂ ਨਾਲ ਹੀ ਕੰਬਾਈਨ ਵੀ ਕਰ ਲਿਆ 20i1 ਇੱਥੇ ਬਣਾ। 1i1 ਨਹੀਂ ਰਹਿ ਜਾਣਾ ਕਿਉਂ? ਸਰ ਡਿਵਾਈਡ ਕੀਤਾ ਦੋਵੇਂ ਡਿਵਾਈਡ ਨਹੀਂ ਹੋਊਗਾ। ਕੀ ਹੋ ਗਿਆ ਕੀ ਹੋ ਗਿਆ? ਅੱਛਾ ਇੱਥੇ ਸੌਰੀ ਠੀਕ ਹੈ ਬਤੇ ਇੱਥੇ 10 ਨਾਲ ਡਿਵਾਈਡ ਕੀਤਾ ਤੇ 1i1 ਬਚਿਆ ਨਾ, ਠੀਕ ਹੈ। 10i1 + 1i1 11 बनना 11i1 ਤੇ -ig ਫਿਰ ਇੱਥੇ ਵੀ ਆਪਣੇ ਕੋਲ -ig ਰਹਿ ਗਿਆ, ठीक है। ये तो आ चीज में दोबारा बना दो, ठीक है गुरजीवन। अपने को इधर इक्वेशन ही दोबारा लिख देना 1 = 10i1 + i1 - ig ਤੇ ਆਪਣੇ ਕੋਲ ਆ ਗਿਆ 1 = 11i1 - ig ਤੇ ਇਤੋਂ ਆਪਣੇ ਕੋਲ i1 ਦੀ ਵੈਲਿਊ ਬਣ ਗਈ 1 + ig / 11 ਆ ਬੰਨਾ ਬੇਟਾ, ਠੀਕ ਹੈ ਬੱਚੇ। ਉੱਤੇ 10 ਆਪਾਂ ਇੱਕ ਥਾਂ ਤੋਂ ਕਰ ਲਿਆ ਦੂਜੀ ਥਾਂ ਰਹਿ ਗਿਆ। हो जू इतनी चीज? Yes, sir. चलो ते नेक्स्ट न्यूमेरिकल दी स्टेटमेंट पढ़ो। मंदरे दी एक फोटो ले लो। पढ़ो बच्चे जल्दी जल्दी नेक्स्ट दी। ये क्वेश्चन ने थोड़ा टाइम लेना होगा, ठीक है जी, इसलिए हौले हौले होनी है। नेक्स्ट है अपने को न्यूमेरिकल 8। तुसी एक बार स्टेटमेंट पढ़ो, मैं उन्हें दे तो पहले सर्किट डायग्राम बना ला।
हाँ जी, वो तो पढ़ लिया, क्वेश्चन पढ़ लिया जी। Yes, sir. चलो करिए शुरू। हाँ जी चलो जी, एक बार हम समझो, आप टॉपिक पढ़िया होया मीटर ब्रिज, ठीक है। मीटर ब्रिज का रिजल्ट चाहिए इनू सॉल्व करने वास्ते। ਉਹਦੀ ਕੰਡੀਸ਼ਨ ਬੋਲਾਂਗਾ, ਮੀਟਰ ਬ੍ਰਿਜ ਅਸੀਂ ਕਿਹਾ ਸੀ ਵੀਟਸਟੋਨ ਬ੍ਰਿਜ ਦੀ ਪ੍ਰੈਕਟੀਕਲ ਫਾਰਮ ਆ ਬੇਟਾ, ਠੀਕ ਹੈ, ਜਿਸ ਚ ਐਸ ਐਚ ਵੀਟਸਟੋਨ ਬ੍ਰਿਜ ਦੀ ਕੰਡੀਸ਼ਨ P/Q = R/S ਜਿਹੜੀ ਉਹ ਐਪਲੀਕੇਬਲ ਆ। ਹੁਣ ਕੁਐਸਚਨ ਕੀ ਕਿਹਾ ਉਹਨੇ, ਕਹਿੰਦਾ when the two unknown resistance R and S they are connected in left and right gap of the meter bridge, ठीक है। आ मेरे को मीटर ब्रिज का लेफ्ट गैप, आ मेरा मीटर ब्रिज का राइट गैप आ गया। उन्हें अपने न्यूमेरिकल च किया इन्हां राइट ते लेफ्ट ते राइट गैप च दो रेजिस्टेंस आ, ऊपर जिहड़ी एक होर लाई वो पहली कंडीशन च नहीं हैगी, ठीक है। उदों दो रेजिस्टेंस आ R ते S लगियां होईयां। ये जदों लेफ्ट ते राइट गैप दे विच कहंदा जी उदों बैलेंस पॉइंट जिहड़ा वा, ठीक है, उदों बैलेंस पॉइंट इज फाउंड एट अ डिस्टेंस L1 फ्रॉम 0 एंड, यानी आ मीटर ब्रिज का 0 एंड आ, इथों L1 डिस्टेंस ते बैलेंस पॉइंट आएगा, यानी गैल्वेनोमीटर दी डिफ्लेक्शन 0 आएगी। जे आ L1 लेंथ होगी तो B तो लेके आ C पॉइंट तक मेरे को जेडी आ ये SH मेरी 100 - L1 लेंथ आ जाएगी। उस तो बाद ये पहली कंडीशन होएगी। उस तो बाद उन्हें सेकंड कंडीशन च क्या, एन अननोन रेजिस्टेंस X is now connected in parallel to the resistance S, ਜਿਹੜੀ ਰਾਈਟ ਗੈਪ ਚ S ਲੱਗੀ ਆ ਇਹਦੇ ਨਾਲ ਇੱਕ ਹੋਰ ਰੈਜ਼ਿਸਟੈਂਸ ਪੈਰਲਲ ਚ X ਅਟੈਚ ਕਰ ਦਿਓ। ਉਸ ਤੋਂ ਬਾਅਦ ਉਹ ਕਹਿੰਦਾ ਜੀ ਬੈਲੈਂਸ ਪੁਆਇੰਟ ਜਿਹੜਾ ਹੈਗਾ ਉਹ L2 ਡਿਸਟੈਂਸ ਤੇ ਸ਼ਿਫਟ ਹੋ ਜਾਏਗਾ ਫਰਮ 0 ਐਂਡ obtain a relation obtain a formula for X in term of L1 L2 and S। यानी पुत उन्हें मैनू ये कहा कि भी L1 L2 दो बारी ਜਿਹੜੀਆਂ ਲੈਂਥ ਆਣੀਆਂ ਤੇ ਜਿਹੜਾ S ਰੈਜ਼ਿਸਟੈਂਸ ਆ ਇਹਨਾਂ ਤਿੰਨ ਵੇਰੀਏਬਲ ਦੀ ਫਾਰਮ ਚ ਤੁਸੀਂ ਇਸ X ਦੀ ਵੈਲਿਊ ਕੱਢਣੀ ਆ। क्या पहलो ये डायग्राम सर्किट डायग्राम क्लियर हुई? Yes, sir. Yes, Yes, sir. ਹੁਣ ਕੋਈ ਦੱਸੇਗਾ ਆਪਣੇ ਕੋਲ ਕੰਡੀਸ਼ਨ ਸੀਗੀ ਕਿ ਜਿਹਨੂੰ ਆਪਾਂ ਯੂਜ਼ ਕਰੀਏ? Sir, L/100 - L1 is equal to, ਚਲੋ ਮੈਂ ਬੋਲ ਰਿਹਾ ਸਹੀ ਬੋਲ ਰਿਹਾ ਸੀਗਾ ਜਿੰਨਾ ਕਹਿ ਰਿਹਾ ਸੀ ਤੂੰ, ਬਟ ਉਹਨੂੰ ਕੰਪਲੀਟ ਕਰੀਏ। ਆਪਣੀ ਰੇਸ਼ੋ ਸੀਗੀ P/Q = R/S। ਉਤ ਆ ਪੁਆਇੰਟ ਤੋਂ ਲੈ ਕੇ A ਪੁਆਇੰਟ ਇੱਥੇ ਲਿਖ ਰਿਹਾ, ਇਸ A ਪੁਆਇੰਟ ਤੋਂ ਲੈ ਕੇ B ਤੱਕ ਦੀ ਜਿੰਨੀ ਰੈਜ਼ਿਸਟੈਂਸ ਆ ਇਹਨੂੰ ਅਸੀਂ ਨਾਮ ਦਿੱਤਾ ਸੀ ਇਹ P ਆ। B ਤੋਂ ਲੈ ਕੇ C ਤੱਕ ਦੀ ਜਿੰਨੀ ਰੈਜ਼ਿਸਟੈਂਸ ਹੈ ਇਹਨੂੰ ਅਸੀਂ ਕਹਿੰਦੇ ਇਹ Q ਆ। ਉੱਪਰ ਲੈਫਟ ਗੈਪ ਚ R ਆ ਗਈ ਤੇ ਰਾਈਟ ਗੈਪ ਚ S ਆ ਗਈ। यानी अपनी कंडीशन जेडी बनदी अकॉर्डिंग टू व्हीटस्टोन ब्रिज प्रिंसिपल, अकॉर्डिंग टू व्हीटस्टोन ब्रिज प्रिंसिपल कंडीशन अपने कोल जेडी जर्नलाइज हैगी वो हैगी P/Q = R/S, ठीक है। हुन ए चो P/Q वाली जे कंडीशन लवां ते P मेरे कोल जेडे पोर्शन दी रेजिस्टेंस आ ओदी लेंथ L1 आ गई, B तो लेके C तक दी जेडी रेजिस्टेंस ओदी लेंथ 100 - L1 आ गई। यानी जे मैं इत्ते सब्स्टिट्यूट कर लवां ते P दी जगह ते मेरे को जेड़ा बन गया ये आ गया L1 / 100 - L1 = R/S। क्या आ इक्वेशन क्लियर है सारे नु? Yes, sir. Yes. चल ये मेरी बनी फर्स्ट इक्वेशन। सेकंड टाइम उन्हें मैंने ये कह दिता, ठीक है जी, कि तुसी S दे नाल एक होर अननोन रेजिस्टेंस X पैरेलल चला लो ते ये लगान तो बाद जेड़ा बैलेंस पॉइंट आ वो B दी जगह ते किसी होर थां ते शिफ्ट होया जिथे तक दी लेंथ 0 तो लेके L2 होएगी। जे A तो लेके आ नवा पॉइंट D मान लीए ते इथे तक दी लेंथ मान लो L2 आ गई ते बाकी दा बचया होया पोर्शन मेरा 100 - L2 आ जू। Yes, sir. yes, Yes, sir. sir. Yes. सेकंड टाइम ਤੇ ਜੇ ਹੁਣ ਆਪਾਂ ਸੈਕਿੰਡ ਟਾਈਮ ਇਕੁਏਸ਼ਨ ਲਿਖੀਏ ਸੇਮ ਇਹੀ ਵਾਲੀ ਤੇ ਆਪਣੇ ਕੋਲ ਸੈਕਿੰਡ ਟਾਈਮ ਇਕੁਏਸ਼ਨ ਦੇ ਅੰਦਰ ਆ ਜਾਏਗਾ ਆਲਸੋ L1 ਦੀ ਥਾਂ ਤੇ L2
over 100 minus L2 equal to, इधर गैप च ਅਸੀਂ ਕੁਝ ਚੇਂਜ ਨਹੀਂ ਕੀਤੀ, ਯਾਨੀ ਇਹ R ਦਾ R ਹੀ ਰਿਹਾ ਤੇ ਇਧਰਲੇ ਗੈਪ ਦੇ ਵਿੱਚ ਮੈਂ ਆਪਣੀ ਜਿਹੜੀ ਦੋਨਾਂ ਦੀ ਪੈਰਲਲ ਰੈਜ਼ਿਸਟੈਂਸ ਬਣੇਗੀ ਉਹ ਭਰਨੀ ਆ। ਆਪਾਂ ਉਹਦਾ ਨਾਮ ਹਜੇ ਫॉर द ਟਾਈਮ ਬਿੰਗ S ਡੈਸ਼ ਲਿਖ ਲਿਆ, ਯਾਨੀ ਇੱਥੇ S ਸੀਗੀ, ਨਵੀਂ ਮੇਰੀ S ਡੈਸ਼ ਆ ਗਈ, ਇੱਥੇ ਨਾਲ ਕੰਡੀਸ਼ਨ ਲਿਖ ਦਿੰਨੇ। ਜਦੋਂ ਅਸੀਂ ਰੈਜ਼ਿਸਟੈਂਸ ਪੈਰਲਲ ਚ ਜੋੜਦੇ ਆ ਤੇ ਅਸੀਂ ਇਹਦਾ ਫਾਰਮੂਲਾ ਲਿਖਦੇ R equal to R1 R2 over R1 plus R2, यानी अपना S डैश का फॉर्मूला आ गया R1 into R2 over R1 plus R2। क्या आ चीज क्लियर है? Yes sir. Yes sir. ਹੁਣ ਇਹ ਵੈਲਿਊ ਇੱਥੇ ਨਾਲ ਪੁੱਟ ਅਪ ਕਰ ਲਾਂਗੇ, ਇਹਨੂੰ ਅੱਗੇ ਜਾ ਕੇ ਸਿੰਪਲੀਫਿਕੇਸ਼ਨ ਚ ਲੈਣੇ ਫਿਰ ਪੁੱਟ ਕਰ ਦਾਂਗੇ। ਇਹ ਮੇਰੀ ਇਕੁਏਸ਼ਨ ਨੰਬਰ 2 ਆਈ ਹੋਈ ਹੈ। ਹੁਣ ਇਕੁਏਸ਼ਨ 1 ਤੇ ਇਕੁਏਸ਼ਨ 2 ਦੋ ਬਣ ਗਈਆਂ ਜਿਹੜੀ ਉਹਨੇ ਕੁਐਸਚਨ ਚ ਕੰਡੀਸ਼ਨ ਗਈ ਸੀ। ਇਸ ਮੂਮੈਂਟ ਤੇ ਉਹਨੇ ਮੈਨੂੰ ਇਹ ਕਿਹਾ ਕਿ ਵੀ ਤੁਸੀਂ ਇਹਨਾਂ ਵੇਰੀਏਬਲਸ ਦੇ ਵਿੱਚ ਹੈ ਨਾ S L1 ਤੇ L2 ਇਹਨਾਂ ਤਿੰਨ ਵੇਰੀਏਬਲ ਦੀ ਫਾਰਮ ਚ x ਕੱਢਣਾ। ਹੁਣ ਇਹਨੂੰ ਸਿੰਪਲੀਫਾਈ ਕਰਨ ਵਾਸਤੇ, ਇਹਨੂੰ ਫਰਦਰ ਸੋਲਵ ਕਰਨ ਵਾਸਤੇ ਜੇ ਮੈਂ S ਚ ਇਹਨਾਂ ਦੋਨਾਂ ਇਕੁਏਸ਼ਨ ਨੂੰ ਡਿਵਾਈਡ ਕਰ ਲਵਾਂ, ਠੀਕ ਹੈ, ਤੇ ਆਪਣੇ ਕੋਲ ਡਿਵਾਈਡ ਕਰਕੇ ਰੇਸ਼ੋ ਬਣਾਉਂਦੇ ਚਲੋ ਕੀ ਬਣਦੀ ਹੈ ਡਿਵਾਈਡ। ਹੁਣ ਇਹ ਸਿਰਫ ਮੈਥਮੈਟੀਕਲ ਸਿੰਪਲੀਫਿਕੇਸ਼ਨ ਆ, ਇਹਨੂੰ ਸਮਝਦੇ ਚੱਲਿਓ, ਠੀਕ ਹੈ ਜੀ। ਡਿਵਾਈਡ 1/2 ਤੇ ਜੇ ਡਿਵਾਈਡ ਕਰੀਏ ਤੇ ਆਪਣੇ ਕੋਲ ਕੰਡੀਸ਼ਨ ਕੀ ਬਣਦੀ ਉਹ ਬੋਲੋ। L1 over 100 minus L1, ठीक है जी। आ टर्मिनल थले डिवाइड करूंगा, पुट्ठा कर लो, अपनी टर्म बन गई 100 minus L2 over अपने को आ गया जी L2 इक्वल टू, इधरों डिवाइड कराओ ते अपनी टर्म बनी R over S into S dash over R। इन आ जाएगा? Yes sir. इधरों R ਤੇ ਇੱਕ कैंसिल कर लो, S dash ਦੀ वैल्यू ਨਾਲ ਹੀ ਭਰ ਲਓ। S dash ਦੀ वैल्यू ਸੀਗੀ ਮੇਰੇ ਕੋਲ S into X, मैं स्मॉल ही लिखदा पिया, ठीक है जी। S into X over S into आ S ਇਹਦਾ ਦੇ ਦੇ into S plus X, ਇਨੀ ਟਰਮ ਆਜੂ। ਇਹਦੇ ਵਿੱਚੋਂ S ਆਪਣਾ ਕੈਨਸਲ ਹੋ ਜਾਣਾ ਤੇ ਇਧਰੋਂ ਰੇਸ਼ੋ ਲਿਖੀਏ ਤੇ ਆਪਣੇ ਕੋਲ ਆ ਗਈ 100 minus L2 over 100 minus L1 into L1 by L2 equal to इधर पासे बनया जी X over S plus X। इना आ जाएगा? Yes sir. Yes sir. Yes sir. ਹੁਣ ਇਹਨੂੰ ਤੁਸੀਂ ਸਿੰਪਲੀਫਾਈ ਕਰਦੇ ਚਲੋ। ਜਿੱਦਾਂ ਇੱਕ ਸਿੰਪਲੀਫਿਕੇਸ਼ਨ ਮੈਂ ਇਹਦੀ ਥੋੜਾ ਜਿਹਾ ਨੂੰ ਪਹਿਲਾਂ ਇਨਵਰਟ ਕਰਨ ਲੱਗਿਆ, ਕਿਉਂਕਿ ਆਹ ਰੇਸ਼ੋ ਪੁੱਠੀ ਕਰ ਲਵਾਂ ਤੇ ਇਹਦੀ ਡਿਵੀਜ਼ਨ ਸੌਖੀ ਹੋ ਜੂਗੀ। ਆਪਾਂ ਇਹਦੀ ਰੇਸ਼ੋ ਨੂੰ ਆਪਾਂ ਇਦਾਂ ਲਿਖ ਦਿੰਦੇ ਆ ਔਰ ਪਾ ਕੇ, अपने को आ गया S plus X over X equal to इधरले पासे L2 by L1 into 100 minus L1 over 100 minus L2। ਹੁਣ ਇਧਰੋਂ ਜੇ ਇਹਨੂੰ ਸੋਲਵ ਕਰੀਏ ਤੇ ਇਧਰੋਂ ਆਪਣੇ ਕੋਲ X ਦੋਨੋਂ ਥੱਲੇ ਇਹਨੂੰ ਸਪਲਿਟ ਕਰ ਲਓ। ਸਪਲਿਟ ਕਰਕੇ ਲਿਖਾਂ ਤੇ ਮੇਰੇ ਕੋਲ ਆ ਗਿਆ S by X plus 1, ਦੋ ਕੰਮ ਇਕੱਠੇ ਕਰਾਂਗਾ, plus 1 ਜਿਹੜਾ ਆਣਾ ਨਾਲ ਦੂਜੇ ਪਾਸੇ ਵੀ ਲੈ ਜਾਓ। S by X equal to आ जाएगा L2 into 100 minus L1 over आ गया L1 into 100 minus L2 minus 1। इना जो जी आ क्लियर है? इना क्लियर? Yes sir. चल इनो सिंपलीफाई करते जाओ। हुन तुसी इस तो अगे थोड़ा सौखा ही है बेटा। S by X equal to अपनी को टर्म बन गई L2, इनो नाल ही एक्सपेंड भी करता जा रहा। अपनी टर्म बन जानी 100 L2 minus L1 L2 माइनस आ पूरी टर्म जानी है ते उत्ते अपनी एक टर्म बन गई 100 L1। गुरजीवन ध्यान रखे साइन दा, ठीक है जी। माइनस L1 L2 ते माइनस माइनस प्लस प्लस L1 L2, ਇਹਦੇ ਵਿੱਚੋਂ L1 L2 अपना कैंसिल हो जाना। बेसमेंट में रखिए एड्रेस, ठीक है। S by X की वैल्यू अपने को S च लेके चलिए, ओवर आ गया जी अपने को L1 into 100 minus L2। क्लियर है बच्चे? Yes sir. ਹੁਣ ਇਹਦੇ ਵਿੱਚੋਂ ਸਿਰਫ ਆਪਾਂ S च ਕੀ ਕਰੀਏ, ਇਹਨੂੰ ਜੇ ਇੱਕ ਸਟੈਪ ਹੋਰ ਸਿੰਪਲੀਫਾਈ ਕਰ ਲਓ, ਆਪਣੇ ਕੋਲ ਕੰਡੀਸ਼ਨ ਬਣ ਗਈ S by X equal to 100 L2 minus 100 L1। 100 ਕੱਢੀਏ ਕਾਮਨ
अपने को आ गया L2 माइनस L1 ओवर आ गया अपने को L1 into 100 माइनस L2 ठीक है। ਤੇ ਹੁਣ ਇਥੋਂ ਆਪਾਂ ਸਿਰਫ x ਕੱਢਣਾ ਟਰਮ ਰਿਵਰਸ ਕਰ ਦਿਓ ਆਪਣੀ x ਦੀ ਵੈਲਿਊ ਬਣ ਗਈ 100 ਮਾਈਨਸ L2 ठीक है जी into L1 into S ओवर आ गया अपने को 100 into L2 माइनस L1 अब बन जूगी वैल्यू x दी Yes, sir. इना क्लियर है बच्चे अपना x जेड़ा वा वो L1 L2 ते S इना तीन वेरिएबल दी फॉर्म च ने कैसे एक्सप्रेस कर दो ते x दी आ अपनी वैल्यू सिंपलीफाई करके आ जाऊगी क्या इतनी समय लगी Yes, sir. Yes, Yeah. sir. चल नेक्स्ट न्यूमेरिकल ओदी स्टेटमेंट पढ़ लो एक बारी नेक्स्ट है अपने को न्यूमेरिकल केड़ा जी 9th न्यूमेरिकल जो ने क्या बनता टू रेजिस्टेंस वायर्स तुसी स्टेटमेंट पहले पढ़ो मैं सर्किट डायग्राम पे बना रहा क्वेश्चन 9th है ना 9th ही करना ना अपन Yes, sir. Yes. Sir, 10. ओके ਉਹਨੇ ਹੁਣ ਇਹਦਾ ਨਾ ਸਰਕਟ ਡਾਇਗਰਾਮ ਨੇ ਦਿੱਤਾ ਚਲੋ ਵੈਸੇ ਆਪਾਂ ਇਰੇਜ਼ ਕਰ ਲਿਆ ਸੇਮ ਉਹੀ ਰਹਿਣਾ ਸੀ ਮੈਂ ਜਨਰਲੀ ਬਣਾ ਰਿਹਾ ਤੇ ਉਹ ਸਰਕਟ ਡਾਇਗਰਾਮ ਇਹਨਾਂ ਦੇ ਦਿਮਾਗ 'ਚ ਰੱਖਿਓ ਬੱਚੇ ਉਸ ਤੋਂ ਬਿਨਾ ਇਹ ਕੁਐਸਚਨ ਨਹੀਂ ਹੋਣੇ हाँ जी ਉਹਨੇ क्वेश्चन ਜੇ ਕਿਹਾ ਸੀ 9th ਦੇ ਅੰਦਰ ਬੰਦਾ two resistance wires are in the two gap ठीक है दो गैप आ वाले ਜਿਹੜਾ लेफ्ट गैप ਤੇ राइट गैप आ गया ਕਹਿੰਦਾ ਜੀ ਜੇ ਇਹਨਾਂ ਦੋ ਗੈਪ ਦੇ ਅੰਦਰ ਮੇਰੇ ਕੋ ਦੋ ਰੈਜ਼ਿਸਟੈਂਸ ਲੱਗੀਆਂ ਹੋਈਆਂ ਤੇ ਬੈਲੈਂਸ ਪੁਆਇੰਟ ਵਾਸ ਫਾਊਂਡ ਟੂ ਬੀ 1/3 ਮੀਟਰ ਫਰਮ ਦਾ ਜ਼ੀਰੋ ਐਂਡ मतलब ਜੇ ਪਿਛਲੇ ਸੇਮ ਨੂਮੈਰੀਕਲ ਨਾਲ ਲਿੰਕ ਕਰੀਏ ਤੇ ਆਪਾਂ ਇਨੀ ਲੈਂਥ ਨੂੰ L1 ਕਿਹਾ ਸੀ ਤੇ ਆ ਲੈਂਥ ਮੇਰੀ 100 L1 ਸੀਗੀ ਤੇ ਅਕੋਰਡਿੰਗ ਟੂ ਕੁਐਸਚਨ ਉਹ ਮੈਨੂੰ ਇੰਨੀ ਗੱਲ ਕਹਿ ਰਿਹਾ ਇੱਥੇ ਰੈਜ਼ਿਸਟੈਂਸ ਦਾ ਨਾਮ R ਰੱਖ ਦਿੰਨੇ ਇਹਦਾ ਨਾਮ S ਰੱਖ ਦਿਓ ਆ ਮੈਂ ਅਗਲੇ ਪਾਰਟ ਵਾਸਤੇ ਇਕੁਏਸ਼ਨ ਜਿਹੜੀ ਫਿਗਰ ਕੰਪਲੀਟ ਕੀਤੀ ਆ ਤੇ ਜੇ ਉਹਦੇ ਅਕੋਰਡਿੰਗਲੀ ਚੱਲੀਏ ਤੇ L1 ਦੀ ਵੈਲਿਊ ਉਹਨੇ ਕਿਹਾ ਜੀ 1/3 ਮੀਟਰ ਆ ਤੇ ਜਿਹੜਾ ਮੇਰੇ ਕੋਲ 100 L1 ਵਾਲਾ ਪੋਰਸ਼ਨ ਹੋਏਗਾ ਇਹਦੀ ਲੈਂਥ 2/3 ਮੀਟਰ ਆ ਜੂ Yes, sir. ठीक है उस तो बाद उन्हें कह देता अपने क्वेश्चन के अंदर when a 6 ohm coil is connected in series with the smaller of the two ਹੁਣ ਇੱਥੇ ਆਪਾਂ ਨੂੰ ਇਹ ਨਹੀਂ ਪਤਾ ਕਿ R ਛੋਟੀ ਕਿ S ਛੋਟੀ ਆ ਠੀਕ ਹੈ ਤੇ ਆ ਵੀ ਨਹੀਂ ਪਤਾ ਕਿ ਇੱਥੇ ਲਾਣੀ ਕਿ ਆਪਾਂ R ਦੇ ਨਾਲ ਲਾਣੀ ਹੈ ਜੇ ਇਸ ਲਈ ਇਹਨੂੰ ਚੁੱਕ ਲਿਆ ਮੈਂ ਪਹਿਲਾਂ ਹੁਣ ਇਹਦੇ ਨਾਲ ਪਹਿਲਾਂ ਕੰਡੀਸ਼ਨ ਬਣਾ ਲਓ ਫਿਰ ਅਗਲਾ ਪਾਰਟ ਬਣ ਪਾਣਾ ਵਾ ਹੁਣ ਇਹ ਅਕੋਰਡਿੰਗ ਟੂ ਕੁਐਸਚਨ ਜੇ ਆਪਾਂ ਇੱਥੇ ਕੰਡੀਸ਼ਨ ਲਾਈਏ ਤੇ ਆਪਣੇ ਕੋਲ ਕੰਡੀਸ਼ਨ ਇਹ ਹੁੰਦੀ P/Q फिर लिखो ही दिया बेटा P/Q इक्वल टू R/S P दी लेंथ अपने को 1/3 आ गई यानी 1/3 ओवर Q दी लेंथ अपने को 2/3 आ गई इक्वल टू आ गया R/S इनु सॉल्व कर लवा ते मेरे को S च इथों जेडी रेशियो बन गई 3 कैंसल ml 1/2 इक्वल टू R/S ते S इक्वल टू 2R आ गया क्या इतनी गल क्लियर है जी हाँ जी सर। Yes, sir. Yes. Yes, इसका मतलब केड़ी छोटी हुई दोनों चों R ते S R. R R है ना हुन R स्मॉलर होगी ਇਹਦਾ ਮਤਲਬ ਕੀ ਹੈ ਕਿ ਜਿਹੜੀ ਸਮਾਲਰ ਹੈਗੀ ਆ
ਉਹ ਚ ਉਹਨੇ ਕੰਡੀਸ਼ਨ ਕਹੀ ਸੀਗੀ when a 6 ohm coil connected in series with the smaller of the two, ਯਾਨੀ ਇਸ R ਦੇ ਨਾਲ ਆਪਾਂ ਇੱਕ ਰੈਜ਼ਿਸਟੈਂਸ ਸੈਕਿੰਡ ਕੰਡੀਸ਼ਨ ਚ ਹੋਰ ਲਾਣੀ ਆ, ਇੱਕ ਤੇ R ohm ਆ, ਇੱਕ 6 ohm ਆ, ਤੇ ਉਸ ਮੂਮੈਂਟ ਤੇ ਜਦੋਂ ਇਹ ਕੰਡੀਸ਼ਨ ਲਗਾਤੀ ਫਿਰ ਬੈਲੈਂਸ ਪੁਆਇੰਟ ਜਿਹੜਾ 2/3 ਤੇ ਚਲਾ ਗਿਆ, ਯਾਨੀ ਦੂਜੀ ਵਾਰੀ ਆਪਾਂ ਜੇ ਸੈਕਿੰਡ ਪਾਰਟ ਚ ਕੰਡੀਸ਼ਨ ਬਣਾਈਏ ਤੇ ਦੂਜੀ ਵਾਰੀ ਚ ਉਹਨੇ ਕਿਹਾ ਕਿ L2 ਦੀ ਵੈਲਿਊ 2/3 ਹੋਏਗੀ ਤੇ L1 ਦੀ ਵੈਲਿਊ ਮੇਰੇ ਕੋਲ ਜਿਹੜੀ 100 - L2 ਕਰਕੇ ਯਾਨੀ ਆ 1/3 ਆ ਜੂਗੀ। ਆ ਪੋਰਸ਼ਨ ਆਪਣੇ ਰਿਵਰਸ ਹੋ ਗਏ। ਕਲੀਅਰ ਆ? Yes, sir. ਤੇ ਜਿਹੜੇ ਪੋਰਸ਼ਨ ਰਿਵਰਸ ਹੋਇਆ ਉਦੋਂ R ਜਿਹੜਾ ਸੀਗਾ ਉਹ ਨਵਾਂ ਬਣ ਚੁੱਕਾ, ਜਿਹੜਾ R ਤੇ 6 ਦੇ ਸੀਰੀਜ਼ ਕੰਬੀਨੇਸ਼ਨ ਤੋਂ ਆਇਆ, ਯਾਨੀ R' ਦੀ ਵੈਲਿਊ R+6 ਤੇ S ਬੇਟਾ ਉਹਦਾ ਤੋਂ ਦੇ ਰਿਹਾ। ਇਮਲ ਜੇ ਇਹਦੇ ਅਕੋਰਡਿੰਗਲੀ ਸੈਕਿੰਡ ਇਕੁਏਸ਼ਨ ਲਿਖੀਏ ਤੇ ਆਪਣੀ ਸੈਕਿੰਡ ਇਕੁਏਸ਼ਨ ਆ ਗਈ L2 over 100 - L2 equal to R'/S। ਇਹਦੇ ਅਕੋਰਡਿੰਗਲੀ ਚੱਲੀਏ ਤੇ ਆਪਣੀ ਇਕੁਏਸ਼ਨ ਬਣ ਗਈ 2/3 over 1/3 equal to R+6 over S। यानी अपनी इक्वेशन इथों बना लो 2 equal to R+6/S आ गया, यानी अपने को आ गया 2S equal to R+6। आ सेकंड इक्वेशन बन जाओ। Yes, sir. Yes, sir. पहली इक्वेशन चो S दी वैल्यू निकली हुई है 2R, यानी जे मैं S दी थां ते वैल्यू भर लवां 2R इक्वल टू आ गया जी R+6। ਇਹਦਾ ਮਤਲਬ ਮੇਰਾ ਇੱਕੋ ਹੀ ਵੇਰੀਏਬਲ ਰਹਿ ਗਿਆ, ਇਹਨੂੰ ਸੋਲਵ ਕਰ ਲਓ ਮੁੜ ਕੇ S ਵੀ ਨਿਕਲ ਆਏਗਾ। ਆਪਣੇ ਕੋਲ ਆ ਗਿਆ 4R - R यानी 3R equal to 6 ਤੇ ਆਪਣਾ R ਆ ਜਾਣਾ 2 ohm। ਇਹਨਾਂ ਗੱਲ ਸਮਝ ਆਈ? Yes, sir. ਤੇ ਜੇ Yes. R ਆ ਗਿਆ ਤਾਂ therefore S ਦੀ ਵੈਲਿਊ 2R ਵਾ ਤੇ ਇਹ ਮਤਲਬ ਆਪਣੇ ਕੋਲ 2 * 2 S ਦੀ ਵੈਲਿਊ 4 ohm ਆ ਜਾਏਗੀ। ਹੋ ਜੂ ਇਹ ਨੂਮੈਰੀਕਲ? Hanji, Yes. sir. Yes, sir. ਚਲੋ ਨੈਕਸਟ ਨੂਮੈਰੀਕਲ 10th ਫੇਰ ਇਸੇ ਨਾਲ ਰਿਲੇਟਡ ਆ, ਮੀਟਰ ਬ੍ਰਿਜ ਦਾ ਹੀ ਆ। ਠੀਕ ਹੈ ਜੀ, ਉਹਦਾ ਸਰਕਟ ਡਾਇਗਰਾਮ ਆ, ਦੇਖ ਲਓ ਅੰਦਰ ਤੁਸੀਂ ਇੱਕ ਵਾਰੀ ਸਟੇਟਮੈਂਟ ਪੜ੍ਹ ਲਓ ਬੇਟਾ। 10th ਨੂਮੈਰੀਕਲ ਸਰਕਟ ਡਾਇਗਰਾਮ ਇਹੀ ਯੂਜ਼ ਕਰਾਂਗੇ। ਠੀਕ ਹੈ ਜੀ, ਜਿਹੜਾ ਆਪਾਂ ਪਹਿਲੇ ਪਾਰਟ ਚ ਮੀਟਰ ਬ੍ਰਿਜ ਦਾ ਜਨਰਲ ਸਰਕਟ ਡਾਇਗਰਾਮ ਲੈਣੇ ਆ, ਬਣਾਉਣ ਦੀ ਨਹੀਂ ਲੋੜ ਦੁਬਾਰਾ। ਸਟੇਟਮੈਂਟ ਸ਼ੁਰੂ ਕਰ ਰਿਹਾ 10th ਨੂਮੈਰੀਕਲ ਦੀ। ਉਹਨੇ ਆਪਣੇ ਕੁਐਸਚਨ ਚ 10 ਚ ਕੀ ਕਿਹਾ ਵਾ, in a meter bridge shown in the circuit diagram, the null point is found to be at a distance 33.7 meter from A end। left side ਦੇ ਵਿੱਚ ਉਹਨੇ ਦੱਸਤਾ ਉਹਦਾ। if now a resistance of 12 ohm is connected in parallel with S, the null point is found to be at 51.9 centimeter। determine R and S। ਜੇ ਥੋੜਾ ਧਿਆਨ ਦਿਓ ਤੇ ਜਿਹੜਾ ਆਪਾਂ 8th ਨੂਮੈਰੀਕਲ ਕੀਤਾ ਸੇਮ ਉਹਦੇ ਨਾਲ ਰਿਲੇਟਡ ਆ ਬੇਟਾ। ਉਹਨੇ ਆਪਣੇ ਕੁਐਸਚਨ ਚ ਐਸ ਕੀ ਕਿਹਾ ਕਿ ਸਰਕਟ ਡਾਇਗਰਾਮ ਦਿਮਾਗ ਚ ਬੈਠ ਰਿਹਾ ਇਹਦਾ? Yes, sir. Yes, sir. ਆਪਾਂ Yes. ਜਿਹੜਾ 8th ਨੂਮੈਰੀਕਲ ਕੀਤਾ ਵਾ ਸੇਮ ਉਹੀ ਪੈਰਲਲ ਵਾਲੀ ਕੰਡੀਸ਼ਨ ਇਹਦੇ ਵਿੱਚ ਆ। ਹੁਣ ਇਹਦੇ ਵਿੱਚ ਉਹਨੇ ਸਿਰਫ L1 L2 ਨਹੀਂ ਕਿਹਾ, ਉਹਨੇ ਉਹਨਾਂ ਦੀ ਵੈਲਿਊਜ਼ ਦੇ ਦਿੱਤੀ। ਆਪਾਂ ਕੁਐਸਚਨ ਦੇ ਅਕੋਰਡਿੰਗਲੀ ਚੱਲੀਏ ਤੇ ਆਪਣੇ ਕੋਲ ਇਸ ਨੂਮੈਰੀਕਲ ਦੇ ਅੰਦਰ L1 ਦੀ ਵੈਲਿਊ ਗਿਵਨ ਆ। L1 ਉਹਨੇ ਕਿਹਾ ਜੀ ਆਪਣੇ ਕੋਲ ਹੈਗਾ 33.7 ਸੈਂਟੀਮੀਟਰ। ਠੀਕ ਹੈ, ਤੇ ਦੂਜੀ ਵਾਲੀ ਬੈਲੈਂਸ ਪੁਆਇੰਟ ਆਪਣੇ ਕੋਲ ਆਇਆ ਜਿਹੜਾ ਉਹ ਆਇਆ 51.9 ਸੈਂਟੀਮੀਟਰ। ਜੇ L1 ਇੰਨਾ ਆ ਗਿਆ ਤੇ ਨਾਲ ਚਾਹੀਦਾ ਹੁੰਦਾ 100 - L1। ਕਿੰਨਾ ਬਣ ਗਿਆ 100 - L1? 66.3. 66.3. 66.3 ਸੈਂਟੀਮੀਟਰ। ਠੀਕ ਹੈ ਜੀ, ਤੇ ਇਧਰਲੇ ਪਾਸੇ ਆਪਣੇ ਕੋਲ L2 ਦੇ ਨਾਲ 100 - L2 ਇਹ ਵੀ ਕੱਢ ਲਓ। ਕਿੰਨੀ ਬਣ ਗਈ ਵੈਲਿਊ? 38.1. 38.1 ਸੈਂਟੀਮੀਟਰ। 48. ਕਿੰਨਾ? 40. 48. 48. 61 ਚਲ 48.1 ਸੈਂਟੀਮੀਟਰ ਆ ਮੇਰੇ ਕੋਲ ਆ ਗਿਆ। ਸੋ L1 100 - L1 L2 ਤੇ ਆ ਗਏ ਨਾ। ਹੁਣ ਆਪਾਂ ਪਹਿਲੀ ਕੰਡੀਸ਼ਨ ਲਿਖੀਏ ਤੇ ਪਹਿਲੀ ਕੰਡੀਸ਼ਨ ਆਪਣੀ ਕੀ ਹੁੰਦੀ ਜੀ? ਬੋਲੂਗਾ ਕੋਈ ਹੈ ਨਾ?
ओए पहली कंडीशन की लिखा मैं P by Q is equal to R by S. आही ऊपर P by Q इक्वल टू R by S यानी L1 ओवर 100 माइनस L1 सीधा ही लिख रहा हूं मैं L1 ओवर 100 माइनस L1 इक्वल टू दूसरी साइड आंदा R by S अपनी रेजिस्टेंस देखो कोई गिवन हैगियां नहीं हो ठीक है जी यानी यही वेरिएबल दी फॉर्म च ये मतलब पहली कंडीशन बन गई R by S ना दूजी वारी उन्हें कहता कि भी बैलेंस पॉइंट शिफ्ट होया जदों ਆਪਾਂ SH ਇੱਕ रेजिस्टेंस लगाई ਸੀਗੀ 12 ओम दी इन पैरेलल विद S यानी दूजी वाली जे कंडीशन लिखी तो अपने को आ गई 51.9 ओवर 48.1 इक्वल टू R नहीं बदलिया R सेम ही रखांगे ओवर S डैश ते S डैश उन्हें बनाया अपने को किहदे तो इथे S डैश दी वैल्यू लिखी है ते S डैश हैगा S ते 12 दे पैरेलल तो यानी S into 12 over S plus 12 क्या गल क्लियर है Yes, sir. Yes, sir. ये अपने को आ गया 12 into S over 12 plus S ठीक है ये मेरी S डैश की वैल्यू आ जानी है यानी ਆਪਾਂ सेकंड इक्वेशन इथे बनाई लईए अपनी बन जाएगी 51.9 over 48.1 equal to R over 12S ऊपर आ गया 12 plus S आ मेरी इक्वेशन नंबर 2 आ गई हुण अगे की करना सी ਆਪਾਂ ਇਹਨੂੰ डिवाइड कर लो डिवाइड करांगे ते आ रेशो R by S हैगी इधर भी हैगी एक कटिंग च निकलनी अपनी डिवाइड 2 by 1 जिन्हों मर्जी कर दियो इधरों डेसिमल सारे च निकलदे पे ओ कट दिन्ने आपां इधरों चलिए था अपना आ गया 519 over 481 into आ गया आ डिवाइड किया इस टर्म ना 663 over इन्हें आया ना इक्वल टू आ गया अपने को इधर आ गया जी R into 12 plus S over 12S over आना S by R ते आ S ते R अपना कैंसल बाकी टर्म सॉल्व कर दियो ठीक है जी ते अपनी वैल्यू S दी फॉर्म में चली रहेगी बेटा Yes, sir. ते फिर S आ गया ते S दी वैल्यू इस इक्वेशन च पुट कर दियो ते अपना R भी आ जाएगा हो जू न्यूमेरिकल Yes, sir. Yes, Yes. sir. सोच तो पै गए यार हमें लगदी भी Yes, sir. Yes, sir. हरनूर माइक ऑफ कर ला यही सारे क्वेश्चन ਤੁਹਾਡੇ ਜਿਹੜੇ ਆ ਪੁੱਤ ਇਦਾਂ ਦੇ ਇਦਾਂ ਹੀ ਇਹ MCQ बनने ਆ क्वेश्चन यही ਇਦਾਂ ਹੀ ਸੋਲਵ ਕਰਨਾ ਪੈਣਾ ਠੀਕ ਹੈ ਜੀ ਤੇ ਲਾਸਟ ਉਹਦਾ ਰਿਜ਼ਲਟ ਜਿਹੜਾ ਵਾ ਉਹ ਆਨਸਰ ਤੁਹਾਡੀ ਆਪਸ਼ਨ ਚੋਂ ਲੈ ਕੇ ਤੁਹਾਨੂੰ ਲਿਖਣਾ ਪਏਗਾ ਯਾਨੀ ਕੈਲਕੂਲੇਸ਼ਨਾਂ ਐਂਡ ਤੱਕ ਲੈ ਕੇ ਜਾਣੀਆਂ ਪੈਣੀਆਂ ਹੁਣ ਠੀਕ ਹੈ ਨਾ ਮੇਨ ਇੱਕੋ ਚੀਜ਼ ਅੱਗੇ ਕੀ ਹੁੰਦਾ ਸੀਗਾ ਕਿ ਵੀ ਪੇਪਰ 'ਚ ਜੇ ਸਿੱਧਾ ਸਿੱਧਾ ਕੁਐਸਚਨ ਆਇਆ ਉਹ ਲਾਸਟ ਆ ਕੇ ਦੋ ਲਾਈਨਾਂ 'ਚ ਕੈਲਕੂਲੇਸ਼ਨ ਛੱਡ ਦਿੰਦੇ ਸੀਗੇ ਕਿ ਵੀ ਚਲੋ ਅੱਧਾ ਨੰਬਰ ਕੱਟਿਆ ਜਾਊ ਆਪਾਂ ਅਗਲਾ ਕੁਐਸਚਨ ਕਰ ਲਈਏ पर हुण एक चीज ध्यान रख लो कि भी हुण एंड तक आंसर कढना पैना फिर ऑप्शन मिल पानी है तुहानू ठीक है जी गल क्लियर है Okay, sir. Yes, sir. इसलिए पुत थोड़ा जिहा पार्ट तुहाडा जिहड़ा ना आपां इत्थे रोकांगे न्यूमेरिकल नू ते ठीक है तुहाडा थोड़ा जिहा पार्ट अगे नालों ऐड हो जाना ठीक है तुहाडी प्रैक्टिस जिहड़ी आ ओह हुण वधनी आ ते दूजा जिहड़ा आपां एसएच थ्योरी वाला पार्ट करदे ना थोड़ा जिहा ओनू हुण स्पीड नाल खत्म कर दिया करांगे ठीक है एक्सक्यूज मी सर हाँ जी सर डेरिवेशन ਕਰਨ ਦੀ ਲੋੜ ਨਹੀਂ ਹੋਣੀ ਨਾ ਫਿਰ ਤਾਂ ਉਹੀ ਹੁਣ ਹੈਗਾ ਨਾ ਡੈਰੀਵੇਸ਼ਨਾਂ ਤੁਸੀਂ ਐਸ ਸੱਚ ਨਹੀਂ ਕਰਨੀਆਂ ਠੀਕ ਹੈ ਪਰ ਡੈਰੀਵੇਸ਼ਨ ਦੀ ਸਮਝ ਜ਼ਰੂਰ ਹੋਣੀ ਚਾਹੀਦੀ ਹੈ ਬੇਟਾ ਹਾਂਜੀ ਸਰ ਨਾ ਹੋਵੇ ਠੀਕ ਹੈ ਜੀ ਕਿਉਂਕਿ ਬਹੁਤ ਸਾਰੇ ਕੁਐਸਚਨ ਦੂਜਾ ਬੁੱਕ ਦਾ ਵਰਡ ਟੂ ਵਰਡ ਤੁਹਾਨੂੰ ਜਿਹੜਾ ਪੜਨਾ ਪੈਣਾ ਹੁਣ ਜਿਹੜੀ ਮੇਨ ਚੀਜ਼ ਆ ਉਹਦਾ ਕਾਰਨ ਇਹ ਆ ਕਿ ਉਹਨਾਂ ਨੇ ਐਸ ਸੱਚ ਸਾਰੇ ਨੂਮੈਰੀਕਲ ਤੇ ਪਾਣੇ ਨਹੀਂ ਠੀਕ ਹੈ ਨਾ ਪੇਪਰ ਦੇ ਵਿੱਚ ਜਿਹੜਾ ਤੁਹਾਡਾ MCQ ਬੇਸਡ ਵੀ ਹੋਏਗਾ ਉਹ ਚ ਸਾਰੇ ਨੂਮੈਰੀਕਲ ਤੇ ਹੋਣੇ ਨਹੀਂ ਠੀਕ ਹੈ ਨਾ ਉਹ ਜਨਰਲ ਥਿਊਰੀ ਕੁਐਸਚਨ ਵੀ ਬਣਨੇ ਆ ਔਰ ਉਹ ਉਹਨਾਂ ਨੇ ਤੁਹਾਡੇ ਬੁੱਕ ਦੇ ਵਰਡ ਟੂ ਵਰਡ ਲੈ ਕੇ ਪਾਣੇ ਆ ਇਸ ਲਈ ਮਤਲਬ ਜਿਹੜਾ ਤੁਸੀਂ ਅੱਗੇ ਕੀ ਕਰਦੇ ਸੀ ਮੈਂ ਥੋੜਾ ਜਿਹਾ ਉਹਦੇ ਚ 2 ਮਿੰਟ ਲਗਾਵਾਂਗਾ ਤੁਹਾਡਾ ਕਿ ਥੋੜਾ ਜਿਹਾ ਨਿਆਣੇ ਕੀ ਕਰਦੇ ਸੀਗੇ ਕਿ ਵੀ ਐਸ ਸੱਚ ਬੁੱਕ ਨੂੰ ਓਵਰਲੁੱਕ ਕੀਤਾ ਇੱਕ ਵਾਰੀ ਬਸ ਉਹਨੂੰ ਨਿਗਾਹ ਮਾਰੀ ਠੀਕ ਹੈ ਉਹ ਚੋਂ ਮੇਨ ਡੈਰੀਵੇਸ਼ਨਾਂ ਜਿਹੜੀਆਂ ਉਹ ਪੜ੍ਹ ਲੀਆਂ ਬਾਕੀ ਦੇ ਵਿਚਲੀ ਥਿਊਰੀ ਛੱਡ ਦਿੰਦੇ ਸੀਗੇ ਹੁਣ ਨਹੀਂ ਛੱਡ ਹੋਣੀ
ਹੁਣ ਡੈਰੀਵੇਸ਼ਨ ਵਾਲਾ ਪਾਰਟ ਜ਼ਰੂਰ ਆ ਕਿ ਵੀ ਤੁਸੀਂ ਐਸ ਚ ਡੈਰੀਵੇਸ਼ਨ ਯਾਦ ਨਹੀਂ ਕੀਤੀ ਚੱਲ ਜਾਏਗਾ, ਠੀਕ ਹੈ, ਪਰ ਉਹ ਡੈਰੀਵੇਸ਼ਨ ਦੇ ਸਟੈਪ ਕੀ ਸੀਗੇ ਉਹ ਦਿਮਾਗ 'ਚ ਹੋਣੇ ਚਾਹੀਦੇ ਇੱਕ ਵਾਰੀ, ਠੀਕ ਹੈ। ਤੇ ਦੂਜਾ ਜਿਹੜੀ ਸਾਈਡ ਥਿਊਰੀ ਲਿਖੀ ਹੈ ਸਾਰੀ, ਠੀਕ ਹੈ ਨਾ, ਜਿਹੜੀ ਮਤਲਬ ਨਾਲ ਆਰਟੀਕਲ ਦੇ ਥਿਊਰੀਜ਼ ਲਿਖੀ ਹੋਈ ਆ, ਉਹ ਬਹੁਤ ਚੰਗੀ ਤਰ੍ਹਾਂ ਪੜ੍ਹਨੀ ਪਏਗੀ। ਉਹਨਾਂ ਨੇ ਕੁਐਸਚਨ ਉੱਥੋਂ ਚੁੱਕਣੇ ਆ ਹੁਣ ਤੁਹਾਡੇ, ਠੀਕ ਹੈ। Yes, sir. Yes, Yes, sir. sir.